पैरो बाणी रविदास जियो की। कर दूजा बिन देखे उपजै नहीं आसा। जो दिसै सो होए बिनासा। बिन देखे उपजै नहीं आसा। जो दिसै सो होए बिनासा। वरण सहित जो जापै नाम। सो जोगी केवल निकाम। परचय राम रवै जो कोई। आरस परसै दुबदा ना होई। रहाओ सो मुन मन की दुबदा खाए। बिन द्वारे त्रैलोक समाए। मन का सुभाव सब कोई करै। करता होए सो अनभै रहै। फल कारण फूली बन राय। फल लागा तब फूल बिलाए। ज्ञान कारण कर्म अभ्यास। ज्ञान भया तह कर्म नाश। कृत कारण दद मथै सियान। जीवन मुकत सदा निर्वाण। कह रविदास परम बैराग। हृदय राम कीना जपस अपाग। कह रविदास परम बैराग। हृदय राम कीना जपस अपाग। वाहिगुरु जी का खालसा वाहिगुरु जी की फतेह। सो परम सन्मानयोग जुगो जुग अटल चवर छतर अते तखत दे मालक बाणी के बोहेत। सर्ब सांझीवालता दे प्रतीक शब्द गुरु दसां ही पातशाहियां दी जोत। धन धन श्री गुरु ग्रंथ साहिब महाराज जी दी पावन पवित्र हजूरी। गुरुद्वारा श्री दमदमा साहिब पातशाही पहली पातशाही छेवीं महान पवित्र इतिहासक स्थान ते विराजमान और यात्रा कर रही बहुत ही माननीय गुरु स्वरूप गुरु की साजी नवाजी साध संगत जी वडभागे हो।
ਭਾਈ ਜੋ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਬਾਕਾਇਦਾ ਉਦਮੀ ਬਣਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਪਹੁੰਚ ਕੇ ਆਪ ਜੀ ਨੇ ਸਤਿਗੁਰੂ ਜੀ ਦੇ ਸਨਮੁਖ ਨਤਮਸਤਕ ਹੁੰਦਿਆਂ ਸੀਸ ਪਾਵਨ ਕੀਤੇ ਹਨ। ਸੋ ਗੁਰਦੇਵ ਕਿਰਪਾ ਕਰਨ ਆਪ ਸਾਰੀਆਂ ਸੰਗਤਾਂ ਦੀਆਂ ਤਿਲ ਫੁੱਲ ਸੇਵਾਵਾਂ ਭੇਟਾਵਾਂ ਮਹਾਰਾਜ ਆਪਣੇ ਦਰ ਪ੍ਰਵਾਨ ਕਰਕੇ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਆਪਣੇ ਚਰਨ ਕਮਲਾਂ ਦੀ ਪ੍ਰੀਤ ਪ੍ਰਤੀਤ ਬਾਣੀ ਪੜ੍ਹਨ ਸੁਣਨ ਕੰਠ ਕਰਨ ਦਾ ਹਜ਼ੂਰ ਚਾਹ ਬਖਸ਼ਿਸ਼ ਕਰਨ। ਸੋ ਇਸੇ ਪ੍ਰਕਾਰ ਆਉਣ ਵਾਲੇ ਸਮੇਂ ਵਿੱਚ ਵੀ ਗੁਰੂ ਚਰਨਾਂ 'ਚ ਅਸੀਂ ਸਾਰੇ ਬਰਾਜ ਕੇ ਸਤਿਗੁਰੂ ਜੀ ਦੀ ਮਿਹਰਾਮਤ ਦੇ ਪਾਤਰ ਬਣਦੇ ਰਹੀਏ। ਸੋ ਉਪਰੰਤ ਆਪ ਜੀ ਨੇ ਹੁਣੇ ਦਾਸ ਪਾਸੋਂ ਭੈਰੋ ਰਾਗ ਵਿੱਚ ਉਚਾਰਨ ਕੀਤਾ ਹੋਇਆ ਭਗਤ ਰਵਿਦਾਸ ਜੀ ਦਾ ਇੱਕ ਪਵਿੱਤਰ ਸ਼ਬਦ ਸਰਵਣ ਕੀਤਾ ਹੈ। ਅੱਜ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਵੀ ਹੈ, 16 ਫਰਵਰੀ ਹੈ। ਸੋ ਬਾਬਾ ਜੀ ਦੇ ਅਜੇ 4-5 ਸ਼ਬਦ ਹੋਰ ਬਾਕੀ ਰਹਿੰਦੇ ਨੇ। ਭਾਵੇਂ ਇਹ ਪ੍ਰੋਗਰਾਮ ਤੇ ਬਾਬਾ ਜੀ ਦੇ ਜਨਮ ਦਿਹਾੜੇ ਤੱਕ ਹੀ ਉਲੀਕਿਆ ਗਿਆ ਸੀ, ਪਰ ਫਿਰ ਕੁਝ ਸੁਝਾਅ ਇਸ ਪ੍ਰਕਾਰ ਦੀ ਵਿਚਾਰ ਹੋਈ ਵੀ ਇਹ ਸਾਰੀ ਬਾਣੀ ਹੀ, ਕਿਉਂਕਿ 4 ਕੁ ਸ਼ਬਦ ਹੀ ਬਚਦੇ ਨੇ, ਲਿਹਾਜ਼ਾ ਇਹ ਸਾਰੀ ਬਾਣੀ ਹੀ ਮੁਕੰਮਲ ਕਰ ਦਿੱਤੀ ਜਾਏ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਅਸੀਂ ਇਹ ਵਿਚਾਰ ਅਜੇ ਜਾਰੀ ਰੱਖਾਂਗੇ। ਭਾਵੇਂ ਬਾਬਾ ਜੀ ਦਾ ਜਨਮ ਦਿਹਾੜਾ ਅੱਜ ਹੈ, ਫਿਰ ਜਿਸ ਤਰ੍ਹਾਂ ਸੰਗਤਾਂ ਵੱਲੋਂ ਪ੍ਰਬੰਧਕਾਂ ਵੱਲੋਂ ਹਦਾਇਤ ਆਵੇਗੀ, ਅਸੀਂ ਆਸਾ ਰਾਗ ਦੀ ਸ਼ੁਰੂਆਤ ਵਿੱਚ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ, ਉੱਥੇ ਪਹੁੰਚੇ ਸਾਂ ਤੇ ਫਿਰ ਇਹ ਪ੍ਰੋਗਰਾਮ ਬਣ ਗਿਆ ਸੀ। ਤੋ ਲੜੀਵਾਰ ਵਿਚਾਰ ਜਿਹੜੀ ਉਹਦੇ ਵਿੱਚ ਆਸਾ ਰਾਗ ਪ੍ਰਾਰੰਭ ਹੋਣਾ ਹੈ। ਤੋ ਆਓ ਅੱਜ ਦਾ ਜੋ ਇਹ ਪਵਿੱਤਰ ਸ਼ਬਦ ਹੈ, ਇਹ ਮੈਂ ਤੁੱਛ ਬੁੱਧੀ ਅਨੁਸਾਰ ਆਪ ਜੀ ਦੇ ਚਰਨਾਂ ਵਿੱਚ ਰੱਖਾਂ। ਉਸ ਤੋਂ ਪਹਿਲਾਂ ਜਿਤਨੇ ਕੁ ਸਰੀਰ ਗੁਰੂ ਚਰਨਾਂ ਵਿੱਚ ਬਿਰਾਜੇ ਹੋ, ਆਓ ਸੁਰਤ ਬਿਰਤ ਗੁਰੂ ਚਰਨਾਂ ਵਿੱਚ ਜੋੜੋ। ਮਨ ਦੀ ਇਕਾਗਰਤਾ ਤੇ ਰਸਨਾ ਦੀ ਪਵਿੱਤਰਤਾ ਵਾਸਤੇ ਇੱਕ ਵਾਰ ਸਾਰੀ ਸੰਗਤ ਕਿਰਪਾ ਕਰੋ, ਪਿਆਰ ਨਾਲ ਗੁਰਮੰਤਰ ਦਾ ਉਚਾਰਨ ਕਰੋ ਤੇ ਆਖੋ ਜੀ ਸਤਿਨਾਮ ਸ੍ਰੀ। ਫਿਰ ਆਖੋ ਜੀ ਸਤਿਨਾਮ ਸ੍ਰੀ। ਸਤ ਸੰਗਤ ਵਿਚਾਰਧੀਨ ਸ਼ਬਦ ਜਿਸ ਦੀਆਂ ਰਹਾਉ ਵਾਲੀਆਂ ਪੰਕਤੀਆਂ ਭਗਤ ਰਵਿਦਾਸ ਜੀ ਨੇ ਫੁਰਮਾਨ ਕੀਤਾ ਹੈ ਪਰਚੈ। ਇੱਥੇ ਪਰਚੈ ਦੇ ਉੱਤੇ ਬਾਕਾਇਦਾ ਵਿਸ਼ਰਾਮ ਦੇਣਾ ਹੈ। ਫਿਰ ਕਹਿਣਾ ਹੈ ਰਾਮ ਰਵੈ ਜੋ ਹੋਈ ਪਾਰਸ ਪਰਸੈ ਦੁਬਦਾ ਨਾ ਹੋਈ। ਰਹਾਓ। ਕਿਉਂਕਿ ਸੰਗਤ ਜੀ ਸ਼ਬਦ ਦਾ ਮੁੱਖ ਭਾਵ ਰਹਾਉ ਦੀਆਂ ਤੁਕਾਂ ਵਿੱਚ ਹੀ ਹੋਇਆ ਕਰਦਾ ਹੈ। ਬਾਕੀ ਸ਼ਬਦ ਵਿੱਚ ਉਸ ਸ਼ਬਦ ਦੀ ਵਿਆਖਿਆ ਕੀਤੀ ਹੁੰਦੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਵਿੱਚ ਬਾਬਾ ਜੀ ਨੇ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਭਗਤ ਜੀ ਕਹਿੰਦੇ ਨੇ ਜਿਹੜਾ ਮਨੁੱਖ ਨਾਮ ਜਪਦਾ ਹੈ ਜਾਂ ਨਾਮ ਸਿਮਰਦਾ ਹੈ ਕਹਿ ਲਈਏ, ਉਸ ਦਾ ਮਨ ਪ੍ਰਭੂ ਵਿੱਚ ਪਰਚ ਜਾਂਦਾ ਹੈ। ਜਿਹੜਾ ਉੱਥੇ ਸ਼ਬਦ ਹੈ ਨਾ ਪਰਚੈ, ਚੱਚੇ ਨੂੰ ਦਲਾਵਾਂ, ਪਰਚੈ ਪਰਚ ਜਾਂਦਾ ਹੈ, ਇਹੀ ਗ੍ਰਾਮਰ ਹੈ। ਜਿਹੜਾ ਜਾਂਦਾ ਹੈ ਲਿਖਣਾ ਸੀ ਨਾ, ਉਹ ਦਲਾਵਾਂ ਵਿੱਚ ਲੁਪਤ ਕਰ ਦਿੱਤਾ। ਛੋਟੇ ਛੋਟੇ ਨੁਕਤੇ ਜੇ ਪਕੜਦੇ ਜਾਈਏ ਤੇ ਆਹਿਸਤਾ ਆਹਿਸਤਾ ਗ੍ਰਾਮਰ ਦੇ ਉੱਤੇ ਤੁਹਾਡੀ ਪਕੜ ਹੋ ਜਾਏਗੀ। ਔਰ ਜਦੋਂ ਉਹ ਫਿਰ ਇਸ ਪ੍ਰਕਾਰ ਪਰਚ ਜਾਂਦਾ ਹੈ ਤੇ
ਫਿਰ ਉਹਦੇ ਜੀਵਨ 'ਚ ਕ੍ਰਾਂਤੀ ਆ ਜਾਂਦੀ ਹੈ। ਔਰ ਇਸ ਕ੍ਰਾਂਤੀ ਨੂੰ ਬਾਬਾ ਜੀ ਨੇ ਬਾਣੀ 'ਚ ਹੋਰ ਵੀ ਕਈਆਂ ਥਾਵਾਂ 'ਤੇ ਲਿਖਿਆ, ਜਦੋਂ ਕਹਿੰਦੇ ਨੇ ਵੀ ਰਬ ਪ੍ਰਗਾਸ਼ ਰਜਨੀ ਜਥਾਗਤ, ਜਾਨਤ ਸਭ ਸੰਸਾਰ, ਪਾਰਸ ਮਾਨੋ ਤਾਂਬੋ ਛੂਹੈ, ਕਨਕ ਹੋਤ ਨਹੀਂ ਬਾਰ। ਦਿਨ ਦੇ ਚੜ੍ਹਾਅ ਨਾਲ ਰਾਤ ਦਾ ਜੋ ਹਸ਼ਰ ਹੁੰਦਾ ਹੈ ਉਹ ਜਗ ਜ਼ਾਹਿਰ ਹੈ। ਔਰ ਪਾਰਸ ਨੂੰ ਭਾਵੇਂ ਤਾਂਬੇ ਦੇ ਧਾਤ ਨਾਲ ਛੂਹ ਦਈਏ, ਫਿਰ ਉਹ ਰਸਾਇਣਕ ਕਿਰਿਆ ਵਾਪਰਦੀ ਹੈ, ਪਲਕ ਝਲਕ ਵਿੱਚ ਉਹ ਸੋਨਾ ਬਣ ਜਾਂਦਾ ਹੈ। ਜਿਸ ਤਰ੍ਹਾਂ ਸੰਗਤ ਜੀ, ਦੁੱਧ ਨੂੰ ਅਸੀਂ ਵਿਸ਼ੇਸ਼ ਟੈਂਪਰੇਚਰ 'ਤੇ ਲਿਆ ਕੇ ਜਾਗ ਲਾਉਂਦੇ ਹਾਂ, ਖੱਟਾ ਲਾਉਂਦੇ ਹਾਂ, ਫਿਰ ਤੁਸੀਂ ਕਦੀ ਮਾਈਕਰੋਸਕੋਪ ਨਾਲ ਦੇਖੋ, ਉਹਦੇ ਵਿੱਚ ਇੱਕ ਜੀਵ ਹੈ ਜਿਹਨੂੰ ਉਰਦੂ 'ਚ ਕੀਮੀਆ ਕਹਿੰਦੇ ਨੇ, ਉਹ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦਾ। ਤਾਂ ਬਿਲਕੁਲ ਇਸ ਤਰ੍ਹਾਂ ਜਿਸ ਤਰ੍ਹਾਂ ਫੌਜ ਹੁੰਦੀ ਹੈ ਨਾ, ਜੇ ਮੰਨ ਲਿਆ ਵੀ ਇਤਨਾ ਕੁ ਟੱਬ ਹੈ ਤੇ ਇਸ ਪਾਸਿਓ ਤੁਸੀਂ ਜਿੱਦਾਂ ਫੌਜ ਕੰਮ ਕਰਦੀ, ਇਸ ਤਰ੍ਹਾਂ ਇੱਕ ਸਾਰ ਇੱਦਾਂ ਕਰਦੇ ਸਾਰੇ ਦੁੱਧ ਨੂੰ ਦਹੀਂ ਵਿੱਚ ਰੂਪਾਂਤਰਿਤ ਕਰ ਦਿੰਦੇ। ਉਹਨੂੰ ਸਾਇੰਸਦਾਨ ਕਹਿੰਦੇ ਨੇ ਰਸਾਇਣਕ ਕਿਰਿਆ। ਇਹ ਜਿਹੜੀਆਂ ਧਾਤਾਂ ਨੇ, ਇਹਨਾਂ ਦੇ ਸੋਨੇ ਹੋਣ ਵਿੱਚ ਵੀ ਇੱਕ ਰਸਾਇਣਕ ਕਿਰਿਆ ਹੀ ਵਾਪਰਦੀ ਹੈ। ਔਰ ਗੁਰੂ ਪ੍ਰਭੂ ਕਿਸੇ ਨੂੰ ਛੂਹ ਲਵੇ, ਜਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਨੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ, ਖਿੰਦਰਮ ਗੁਰਗਮ ਹਰਦਮ ਨਹਿ ਜਮ, ਹਰ ਕੰਠ ਨਾਨਕ ਉਰਹਾਰੀ ਰੇ। ਜਦੋਂ ਆਪ ਜੀ ਕਹਿੰਦੇ ਨੇ ਦਰਸ਼ਨ ਪਰਸਨ ਸਰਸਨ ਹਰਸਨ, ਜੋ ਕਹਿੰਦੇ ਵੀ ਜੇ ਦਰਸ਼ਨ ਕਰ ਲਈਏ ਗੁਰਬਾਣੀ ਦੇ ਤੇ ਸਰਸਨ ਆ ਜਾਂਦਾ ਹੈ, ਜੀਵਨ ਸਰਾਸਨ ਰਸ ਨਾਲ ਭਰ ਜਾਂਦਾ ਹੈ। ਤੇ ਜੇ ਸਪਰਸ਼ ਕਰ ਲਈਏ, ਭਾਵ ਜੀਵਨ ਵਿੱਚ ਉਤਾਰ ਲਈਏ, ਗੁਰਬਾਣੀ ਬਣੀਏ ਵਾਲੀ ਗੱਲ ਬਣ ਜਾਏ, ਤੇ ਫਿਰ ਜੀਵਨ ਵਿੱਚ ਹਰਸਨ ਆ ਜਾਂਦਾ, ਹਰਸ਼ ਖੁਸ਼ੀ ਆ ਜਾਂਦੀ ਹੈ। ਦਰਸ਼ਨ ਸਰਸਨ ਪਰਸਨ ਹਰਸਨ, ਗੱਲ ਸਮਝਣ ਲਈ ਕ੍ਰਮਵਾਰ। ਤੋ ਹਜ਼ੂਰ ਕਹਿੰਦੇ ਨੇ ਫਿਰ ਪਾਰਸ ਪ੍ਰਭੂ ਨੂੰ ਛੋਹ ਕੇ ਉਹ ਮਾਨੋ ਸੋਨਾ ਹੋ ਜਾਂਦਾ ਹੈ। ਕੌਣ? ਜਿਹੜਾ ਜਗਿਆਸੂ ਨਾਮ ਜਪਦਾ ਹੈ। ਔਰ ਬਾਕੀ ਸਾਰੇ ਸ਼ਬਦ ਵਿੱਚ ਫਿਰ ਉਸ ਨਾਮ ਜਪਣ ਵਾਲੇ ਦੀ ਅਵਸਥਾ ਜਿਹੜੀ ਹੈ ਉਹ ਬਿਆਨ ਕੀਤੀ ਗਈ। ਕਿਤੇ ਉਹਨੂੰ ਮੁਨੀ ਕਿਹਾ ਗਿਆ ਹੈ, ਕਿਤੇ ਉਹਨੂੰ ਜੋਗੀ ਕਿਹਾ ਗਿਆ ਹੈ, ਕਿਤੇ ਕੋਈ ਹੋਰ ਉਹਨੂੰ ਮਾਨ ਦਿੱਤਾ ਗਿਆ ਹੈ। ਤੋ ਬਾਕੀ ਸਾਰਾ ਸ਼ਬਦ ਜਿਹੜਾ ਹੈ ਉਹ ਇਹਨਾਂ ਪਾਵਨ ਪੰਕਤੀਆਂ ਦੀ ਵਿਆਖਿਆ ਕਰਦਾ ਹੈ। ਜਿਹੜਾ ਜਪ ਲੈਂਦਾ ਹੈ ਉਹ ਮੁਨੀ ਹੋ ਜਾਂਦਾ ਹੈ, ਜਿਹੜਾ ਜਪ ਲੈਂਦਾ ਉਹ ਜੋਗੀ ਹੋ ਜਾਂਦਾ। ਵੈਸੇ ਮੁਨੀ ਦੇ ਅੱਖਰੀ ਅਰਥ ਹੁੰਦੇ ਨੇ ਮੋਨੀ, ਮੋਨੀ ਤੋਂ ਮੁਨੀ ਸ਼ਬਦ ਬਣਿਆ। ਮੋਨੀ ਮੀਨਜ਼ ਜਿਹੜੇ ਸਾਇਲੈਂਟ ਹੋ ਜਾਂਦੇ ਨੇ। ਸੰਗਤ ਜੀ, ਬਹੁਤ ਜ਼ਿਆਦਾ ਇਹ ਪ੍ਰਚਲਨ ਸੀ ਭਾਰਤ ਵਿੱਚ ਮੌਨ ਧਾਰਨ ਕਰਨ ਦਾ, ਤਾਂ ਗੁਰੂ ਨਾਨਕ ਸਾਹਿਬ ਨੇ ਇਹਦੇ ਤੇ ਵਿਸ਼ੇਸ਼ ਕਰਕੇ ਉਲੇਖ ਕੀਤੇ, ਚੁੱਪੈ ਚੁੱਪ ਨਾ ਹੋਵੇ ਇਤਿਆਦਿ। ਜਿਸ ਤਰ੍ਹਾਂ ਹੁਣ ਇੱਕ ਵਾਇਰਸ ਹੈ ਜਿਸ ਨੂੰ ਤੁਸੀਂ COVID-19 ਕਹਿੰਦੇ ਹੋ, ਕਰੋਨਾ ਕਹਿੰਦੇ ਹੋ, ਹੁਣ ਚਾਰ ਚੁਫੇਰੇ ਉਸੇ ਦਾ ਬੋਲਬਾਲਾ ਹੈ। ਔਰ ਸਾਰਾ ਜੋ ਸਰਕਾਰ ਦਾ ਮੈਡੀਕਲ ਟੀਮਸ ਦਾ ਜ਼ੋਰ ਲੱਗਾ ਹੈ ਉਹ ਸਾਨੂੰ ਇਸ COVID-19 ਤੋਂ ਅਵੇਅਰ ਕਰ ਰਹੇ ਨੇ, ਉਹਦੇ ਬਦਲੇ ਹੋਏ ਰੂਪ ਤੋਂ ਅਵੇਅਰ ਕਰ ਰਹੇ ਨੇ। ਇਸ ਤਰ੍ਹਾਂ ਜਦੋਂ ਹਜ਼ੂਰ ਰੂਏ ਜ਼ਮੀਨ ਤੇ ਆਏ ਤੇ ਉਹਨਾਂ ਜ਼ਮਾਨਿਆਂ ਵਿੱਚ ਕਰਮ ਕਾਂਡਾਂ ਦਾ ਬੜਾ ਜ਼ੋਰ ਸੀ। ਚੁੱਪ ਰਹਿ ਕੇ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ, ਤੀਰਥਾਂ ਦਾ ਇਸ਼ਨਾਨ ਕਰਕੇ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ। ਤੋਂ ਪਹਿਲੀ ਪੌੜੀ 'ਚੋਂ 4 ਕਰਮ ਕਾਂਡ ਮਹਾਰਾਜ ਨੇ ਕੰਡੈਮ ਕੀਤੇ। ਉਹਦੇ ਵਿੱਚ ਇਹ ਵੀ ਕਿਹਾ ਵੀ ਚੁੱਪ ਰਹਿਣ ਨਾਲ ਕੋਈ ਮਰਾਤਬਾ ਪ੍ਰਾਪਤ ਨਹੀਂ ਹੁੰਦਾ, ਪਰ ਉਹਦਾ ਇਹ ਮਤਲਬ ਨਹੀਂ ਸੀ ਵੀ ਬੇਲੋੜਾ ਹੀ ਬੋਲੀ ਜਾਣਾ। ਚੁੱਪ ਰਹਿਣ ਨਾਲ, ਲੋੜ ਅਨੁਸਾਰ ਬੋਲਣਾ, ਚੁੱਪ ਰਹਿਣ ਨਾਲ ਸਾਡੀ ਬਹੁਤ ਸਾਰੀ ਐਨਰਜੀ ਸੇਵ ਹੁੰਦੀ ਹੈ। ਔਰ ਸੰਗਤ ਜੀ, ਰਿਜ਼ਰਵ ਰਹਿਣਾ ਔਖਾ ਹੈ। ਮਨੁੱਖ ਦਾ ਇਕੱਲੇ ਰਹਿਣਾ, ਇਕਾਂਤ ਵਿੱਚ ਰਹਿਣਾ, ਆਪਣੇ ਅੰਦਰਲੇ ਫੁਰਨਿਆਂ ਨੂੰ
ਸਮਝਣ ਦੀ ਕੋਸ਼ਿਸ਼ ਕਰਨੀ ਵੀ ਕੀ ਅੰਦਰ ਚੱਲ ਰਿਹਾ ਹੈ। ਕਿਉਂਕਿ ਬਚਪਨ ਤੋਂ ਹੁਣ ਤੱਕ ਸਾਨੂੰ ਇਹ ਹੀ ਕਿਹਾ ਗਿਆ ਨਾ ਵੀ ਆ ਮੈਂ ਜਰਾ ਚੱਲਿਆ ਤੂੰ ਧਿਆਨ ਰੱਖੀ, ਤੇ ਧਿਆਨ ਕਿਹਦਾ ਰੱਖੀ? ਦੂਜਿਆਂ ਦਾ ਰੱਖੀ। ਕੌਣ ਆ ਰਿਹਾ ਕੌਣ ਜਾ ਰਿਹਾ? ਸਾਨੂੰ ਇਹ ਤੇ ਕਿਸੇ ਨੇ ਕਿਹਾ ਵੀ ਜਰਾ ਅੰਦਰ ਵੀ ਧਿਆਨ ਰੱਖੀ ਵੀ ਤੇਰੇ ਅੰਦਰ ਕੀ ਚੱਲ ਰਿਹਾ। ਫਲਸਰੂਪ ਸਾਡੀ ਸਾਰੀ ਊਰਜਾ ਬਾਹਰ ਨਿਕਲ ਗਈ। ਜੇ ਕਿਤੇ ਮਨੁੱਖ ਚੁੱਪ ਕਰਕੇ ਬੈਠ ਕੇ ਅੰਦਰ ਵੇਖੇ ਤੇ ਅੰਦਰ ਬਹੁਤ ਸਾਰੇ ਵਿਚਾਰ ਚੱਲਦੇ ਨੇ। ਉਹਨਾਂ ਨੂੰ ਲੋਕ ਸੰਕਲਪ ਤੇ ਵਿਕਲਪ ਵੀ ਕਹਿੰਦੇ ਨੇ, ਫੁਰਨੇ ਵੀ ਕਹਿ ਲੈਂਦੇ ਨੇ। ਗੁਰੂ ਨਾਨਕ ਸਾਹਿਬ ਉਹਨੂੰ ਸ਼ਬ ਰੋਜ਼ ਗਸ਼ਤਮ ਦਰ ਹਵਾ ਕਰ ਦੇਵ ਬਦੀ ਖਿਆਲ ਵੀ ਕਹਿੰਦੇ ਨੇ। ਤੇ ਕਬੀਰ ਸਾਹਿਬ ਮਨ ਪਵਨੇ ਵੀ ਕਹਿੰਦੇ ਨੇ, ਮਨ ਪਾਉਣ ਵਰਗਾ ਹੈ। ਪਰ ਸੰਗਤ ਜੀ, ਜੇ ਚੁੱਪ ਕਰਕੇ ਇਕਾਂਤ ਵਿੱਚ ਬੈਠ ਜਾਈਏ, ਅੰਤਰਮੁਖੀ ਹੋ ਜਾਈਏ, ਅੰਦਰ ਜਿਹੜੇ ਵਿਚਾਰ ਚੱਲਦੇ ਨੇ ਉਹਨਾਂ ਨੂੰ ਸਮਝਣ ਲੱਗ ਪਈਏ ਵੀ ਚੱਲ ਕੀ ਰਿਹਾ, ਚੰਗਾ ਚੱਲ ਰਿਹਾ ਕਿ ਮਾੜਾ ਚੱਲ, ਕਿਉਂਕਿ ਸਾਡੀ ਸੁਰਤ, ਸਾਡਾ ਮਨ ਕਦੀ ਵੀ ਨਿਊਟਰਲ ਨਹੀਂ ਹੁੰਦਾ। ਜਦੋਂ ਅਸੀਂ ਸੁੱਤੇ ਹੁੰਦੇ ਹਾਂ ਇਹ ਉਦੋਂ ਵੀ ਕੰਮ ਕਰਦਾ ਰਹਿੰਦਾ। ਹੋਰ ਸੁਪਨੇ ਕੀ ਨੇ? ਕੁਝ ਲੋਕਾਂ ਨੂੰ ਸੁਪਨੇ ਯਾਦ ਰਹਿੰਦੇ ਨੇ, ਕੁਝ ਲੋਕਾਂ ਨੂੰ ਸੁਪਨੇ ਯਾਦ ਨਹੀਂ ਰਹਿੰਦੇ। ਖਿਮਾ ਕਰਨਾ, ਸੁਪਨੇ ਸਾਰਿਆਂ ਨੂੰ ਹੁੰਦੇ ਨੇ। ਔਰ ਜਿਤਨੀ ਦੇਰ ਅਸੀਂ ਲੇਟੇ ਹੁੰਦੇ ਹਾਂ ਸੁਪਨੇ ਚੱਲਦੇ ਰਹਿੰਦੇ, ਲਗਾਤਾਰ ਚੱਲਦੇ ਰਹਿੰਦੇ, ਲਗਾਤਾਰ ਚੱਲਦੇ ਰਹਿੰਦੇ। ਉਹ ਕੀ ਨੇ? ਉਹ ਮਨ ਦੇ ਫੁਰਨੇ ਨੇ, ਪਿਕਚਰ ਬਣ ਕੇ ਅੱਖਾਂ ਦੇ ਸਾਹਮਣੇ ਆ ਜਾਂਦੇ ਨੇ। ਹੁਣ ਜੇ ਕਿਤੇ ਮਨੁੱਖ ਜਾਗਰਤ ਅਵਸਥਾ ਵਿੱਚ ਇਕਾਂਤ ਵਿੱਚ ਬੈਠ ਕੇ ਚੁੱਪ ਕਰ ਜਾਏ ਔਰ ਚੁੱਪ ਕਰਨ ਤੋਂ ਬਾਅਦ ਅੰਦਰ ਵੇਖੇ ਵੀ ਕੀ ਚੱਲ ਰਿਹਾ, ਔਰ ਫਿਰ ਕਿਤੇ ਉਹਨਾਂ ਵਿਚਾਰਾਂ ਨੂੰ ਰੋਕ ਕੇ ਨਿਰਵਿਚਾਰ ਹੋ ਜਾਏ ਤੇ ਪਲਕ ਝਲਕ ਵਿੱਚ ਕ੍ਰਾਂਤੀ ਵਾਪਰ ਜਾਂਦੀ ਹੈ। ਸਮੱਸਿਆ ਇਹ ਹੈ ਵੀ ਪਹਿਲੀ ਗੱਲ ਤੇ ਬਹਿਰੂਨੀ ਤੌਰ ਤੇ ਅਸੀਂ ਚੁੱਪ ਨਹੀਂ ਕਰਦੇ, ਤੇ ਜੇ ਬਹਿਰੂਨੀ ਤੌਰ ਤੇ ਕਰ ਵੀ ਜਾਈਏ ਤੇ ਅੰਦਰੂਨੀ ਤੌਰ ਤੇ ਉੱਕਾ ਹੀ ਚੁੱਪ ਨਹੀਂ ਕਰਦੇ। ਕਿਤੇ ਅੰਦਰੋਂ ਵੀ ਚੁੱਪ ਕਰ ਜਾਈਏ, ਬਾਹਰੋਂ ਵੀ ਚੁੱਪ ਕਰ ਜਾਈਏ, ਲੋੜ ਅਨੁਸਾਰ ਬੋਲੀਏ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਤੇ ਫਿਰ ਪਲਕ ਝਲਕ ਚ ਬਾਅਦ ਉਹ ਫਿਰ ਜਿਹੜਾ ਹੈ ਉਹਦੀ ਬਾਤ ਬਣਦੀ। ਮਹਾਰਾਜ ਕਹਿੰਦੇ ਅਸਲ ਮੋਨੀ ਉਹ ਹੈ। ਹੁਣ ਜਿਹੜਾ ਜੋਗੀ ਸ਼ਬਦ ਹੈ ਇਹ ਜੋਗ ਤੋਂ ਬਣਿਆ। ਸੰਗਤ ਜੀ, ਜਿਹਨੂੰ ਅਸੀਂ ਪੰਜਾਬੀ 'ਚ ਜੋੜ ਕਹਿੰਦੇ ਆ ਨਾ, ਜਮਾ ਕਹਿੰਦੇ ਆ, ਉਹਨੂੰ ਹਿੰਦੀ ਵਿੱਚ ਜੋਗ ਕਹਿੰਦੇ ਜੀ। ਮੈਥੇਮੈਟਿਕਸ ਜਿੱਥੇ ਹਿੰਦੀ ਸਿਖਾਇਆ ਜਾਂਦਾ ਹੈ ਉਹ ਕਹਿਣਗੇ ਜੋਗ ਦਾ ਸਵਾਲ, ਜੋਗ ਮੈਨੇ ਜੋੜ, ਔਰ ਜਿਹੜਾ ਜੁੜ ਗਿਆ ਪ੍ਰਮਾਤਮਾ ਨਾਲ ਉਹਨੂੰ ਕਿਹਾ ਗਿਆ ਜੋਗੀ। ਇਸੇ ਵਾਸਤੇ ਮਹਿਜ਼ ਘਰ-ਬਾਰ ਛੱਡਣ ਵਾਲੇ ਨੂੰ ਮਹਾਰਾਜ ਨੇ ਕਟਾਕਸ਼ ਕੀਤਾ ਨਾ ਵੀ ਗੱਲੀ ਜੋਗ ਨਾ ਹੋਈ, ਵੀ ਤੂੰ ਜੋਗ ਤੇ ਤੇਰਾ ਹੋਇਆ ਨਹੀਂ, ਪਰਮਾਤਮਾ ਨਾਲ ਤੇ ਤੇਰਾ ਕੋਈ ਜੋੜ ਹੋਇਆ ਨਹੀਂ, ਤੂੰ ਜੋਗੀ ਕਾਹਦਾ ਹੈ? ਮਹਾਰਾਜ ਅੱਜ ਬਖਸ਼ਿਸ਼ ਕਰ ਰਹੇ ਨੇ ਵੀ ਜਿਹੜਾ ਨਾਮ ਜਪਦਾ ਹੈ ਉਹ ਮੋਨੀ, ਜਿਹੜਾ ਨਾਮ ਜਪਦਾ ਹੈ ਉਹ ਜੋਗੀ, ਔਰ ਬਹੁਤ ਸਾਰੇ ਲਕਬ ਦਿੱਤੇ ਨੇ। ਔਰ ਇਸੇ ਪ੍ਰਕਾਰ ਫਿਰ ਉਹਦੇ ਜੀਵਨ ਦੇ ਵਿੱਚ ਪ੍ਰਾਪਤੀ ਹੋ ਜਾਂਦੀ ਹੈ, ਔਰ ਜਿਹੜੇ ਕੰਮ ਪ੍ਰਾਪਤੀ ਕਰਨ ਲਈ ਕਰਦਾ ਹੈ ਉਹ ਕੰਮ ਵੀ ਫਿਰ ਹੱਥਾਂ 'ਚੋਂ ਡਿੱਗ ਪੈਂਦੇ ਨੇ। ਕਿਰਤਕਾਰ ਜਿਹੜੀ ਕਰਦਾ ਹੈ, ਬੜੀ ਤਰੱਦਤ ਕਰਦਾ ਹੈ, ਫਿਰ ਉਹਦੇ ਵੱਲੋਂ ਵੀ ਪਕੜ ਹੌਲੀ ਹੌਲੀ ਢਿੱਲੀ, ਫਿਰ ਗੁਜਰਾਨ ਜੀ ਵਾਸਤੇ ਥੋੜ੍ਹਾ ਜਿਹਾ ਕਰਦਾ ਬਸ। ਪਰ ਜੋਰ ਇਸ ਗੱਲ ਤੇ ਦਿੱਤਾ, ਪਰਚੈ ਰਾਮ ਰਵੈ ਜੋ ਕੋਈ, ਜਿਸ ਦਾ ਮਨ ਪ੍ਰਮਾਤਮਾ ਦੇ ਨਾਮ ਵਿੱਚ ਪਰਚ ਜਾਏ। ਫਿਰ ਜਦੋਂ ਪਾਰਸ ਪਰਸੈ ਦੁਬਿਧਾ ਨਾ ਹੋਈ, ਉਹਦੇ ਮਨ ਵਿੱਚ ਕੋਈ ਮੇਰ ਤੇਰ ਨਹੀਂ ਫਿਰ ਰਵੇਗੀ, ਦੁਬਿਧਾਪਨ ਨਹੀਂ ਰਵੇਗਾ, ਦੁਚਿੱਤਾਪਨ ਨਹੀਂ ਰਵੇਗਾ। ਇਹ ਆਪਣਾ ਹੈ, ਪਰਾਇਆ ਹੈ, ਉੱਚਾ ਹੈ, ਨੀਵਾਂ ਹੈ, ਅਮੀਰ ਹੈ, ਗਰੀਬ ਹੈ, ਇਤਿਆਦਿ। ਪਰ ਉਹਦੇ ਵਾਸਤੇ ਕੰਡੀਸ਼ਨ ਇੱਕੋ ਹੀ ਹੈ, ਪਰਚੈ ਰਾਮ ਰਵੈ ਜੋ ਕੋਈ। ਜੇ ਕੋਈ ਰਾਮ ਵਿੱਚ ਪਰਚ ਜਾਏ, ਜੇ ਕੋਈ ਨਾਮ ਜਪਣ ਲੱਗ ਪਵੇ। ਹੁਣ ਸੰਗਤ ਜੀ, ਪਹਿਲੀ ਤੇ ਬੇਨਤੀ ਇਹ ਹੈ ਬਈ ਅਸੀਂ ਇਸ ਪਾਸੇ ਤੁਰਦੇ ਹੀ ਨਹੀਂ ਟਾਵਿਆਂ ਨੂੰ ਛੱਡ ਕੇ, ਤੇ ਜਿਹੜੇ ਤੁਰਨੇ ਆ ਨਾ ਉਹ ਕਈ ਵਾਰਾਂ ਮੈਂ ਵੇਖਿਆ ਵੱਡੀਆਂ ਵੱਡੀਆਂ ਕੋਠੀਆਂ 'ਚੋਂ ਵਿਖਾਉਂਦੇ ਨੇ ਵੀ ਆਓ ਗਿਆਨੀ ਜੀ ਤੁਹਾਨੂੰ ਵਿਖਾਈਏ ਕੀ ਪੂਜਾ ਰੂਮ। ਪਹਿਲਾਂ ਤੇ ਅਸੀਂ ਨਾਂ ਹੀ ਗਲਤ ਰੱਖਿਆ, ਪੂਜਾ ਰੂਮ। ਚਲੋ ਖੈਰ, ਹੁਣ ਪੂਜਾ ਰੂਮ ਤੇ ਬਣਿਆ ਹੋਇਆ ਤੇ ਪੂਜਾ ਰੂਮ 'ਚ ਬੈਠ ਕੇ ਕਰਦੇ ਕੀ ਨੇ? ਉੱਥੇ ਗਏ
ਤੇ ਅਗਰਬੱਤੀ ਲਈ, ਉਹਨੂੰ ਅੱਗ ਲਾਈ, ਉਹਨੂੰ ਕਿਸੇ ਚੀਜ਼ 'ਚ ਟੁੰਗ ਦਿੱਤਾ, ਘੜੀ ਕੋ ਬੈਠੇ ਇੱਕ ਦੋ ਫੋਟੋ ਰੱਖੀਆਂ ਨੇ ਉੱਤੇ, ਇੱਦਾਂ ਇੱਦਾਂ ਕੀਤਾ ਤੇ ਬਾਹਰ ਆ ਗਿਆ। ਹੁਣ ਇਹ ਕਾਹਦੀ ਪੂਜਾ ਹੈ? ਸਾਡੀ ਪੂਜਾ ਹੈ ਵੀ ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੇ ਪੂਜ ਨਾ ਹੋਏ। ਭਾਈ ਇੱਥੇ ਬੈਠ ਨਿੱਠ ਕੇ, ਔਰ ਸਭ ਤੋਂ ਵੱਡੀ ਗੱਲ ਹੈ ਵੀ ਆਪਣੇ ਫੁਰਨਿਆਂ ਦੇ ਉੱਤੇ ਕਾਬੂ ਪਾ। ਆਜ ਮਿਲਾਵਾ ਸ਼ੇਖ ਫਰੀਦ ਐਸੇ ਜਨਮ ਵਿੱਚ ਪਰਮਾਤਮਾ ਦਾ ਮਿਲਾਪ ਹੋ ਸਕਦਾ ਹੈ। ਆਜ ਐਸੇ ਜਨਮ ਵਿੱਚ ਮਿਲਾਪ ਹੋ ਸਕਦਾ ਹੈ। ਸ਼ੇਖ ਫਰੀਦ ਕਹਿੰਦੇ ਜੀ ਜੁਗਤ ਕੀ ਹੈ? ਬਿਲਕੁਲ ਬਰੀਫ ਜਿਹੀ ਹੈ, ਬੜੇ ਕਮਾਲ ਦੀ, ਬਿਲਕੁਲ ਸੰਖੇਪ ਜਿਹੀ ਹੈ। ਕਹਿਣ ਲੱਗੇ ਟਾਕਿਮ ਕੂੰਜੜੀਆਂ, ਟਾਕਿਮ ਮੈਨੇ ਉਹਨਾਂ ਨੂੰ ਰੋਕ, ਕੂੰਜੜੀਆਂ ਕੂੰਜਾਂ, ਕੂੰਜ ਪੰਛੀ ਦਾ ਨਾਮ ਹੈ। ਜਿਹੜੇ ਮਨ ਵਿੱਚ ਫੁਰਨੇ ਰੂਪੀ ਕੂੰਜਾਂ ਉੱਡਦੀਆਂ ਨੇ ਨਾ, ਉਡਾਰੀਆਂ ਮਾਰਦੀਆਂ ਨੇ, ਕਦੀ ਸਾਈਬੇਰੀਆ ਤੇ ਸਾਈਬੇਰੀਆ ਤੋਂ ਇੰਡੀਆ, ਛੋਟੀ ਮੋਟੀ ਤੇ ਪਰਵਾਹ ਹੀ ਨਹੀਂ ਇਹਨਾਂ ਦੀ। ਸੰਗਤ ਜੀ ਇਹੀ ਹਾਲ ਸਾਡੇ ਮਨ ਦਾ ਹੈ ਨਾ, ਵੀ ਨਿਮਖ ਮੈਂ ਚਾਰ ਕੁੰਟ ਫਿਰ ਆਵੇ। ਸਿਮਰਨ ਕਰਨਾ ਹੈ ਮਨ ਨੇ, ਸਿਮਰਨ ਕਰਨਾ ਹੈ ਸੁਰਤ ਨੇ। ਤੇ ਸੰਗਤ ਜੀ ਕਈ ਵਾਰ ਹੁੰਦਾ ਹੈ ਵੀ ਬੈਠੇ ਆ ਸਿਮਰਨ ਕਰਨ, ਪ੍ਰਮਾਤਮਾ ਦਾ ਸਿਮਰਨ ਬੇਟੇ ਦਾ ਹੋ ਰਿਹਾ। ਸਿਮਰਨ ਮੀਨਸ ਯਾਦ ਕਰਨਾ। ਸਿਮਰਨ ਕਰਨ ਬੈਠਿਆਂ ਵਾਹਿਗੁਰੂ ਦਾ ਸਿਮਰਨ ਬੇਟੀ ਦਾ ਹੋ ਰਿਹਾ। ਸਿਮਰਨ ਕਰਨ ਬੈਠਿਆਂ ਵਾਹਿਗੁਰੂ ਦਾ ਸਿਮਰਨ ਪਤੀ ਦਾ ਹੋ ਰਿਹਾ, ਸਿਮਰਨ ਪਤਨੀ ਦਾ ਹੋ ਰਿਹਾ, ਪ੍ਰੇਮੀ ਦਾ ਹੋ ਰਿਹਾ, ਪ੍ਰੇਮਿਕਾ ਦਾ ਹੋ ਰਿਹਾ। ਸਿਮਰਨ ਯਾਦ ਕਰਨਾ। ਸੁਰਤ ਵਿੱਚ ਕੁਝ ਹੋਰ ਆ ਜਾਂਦਾ ਹੈ। ਜਿਸ ਤਰ੍ਹਾਂ ਬੈਠੇ ਹੁੰਦੇ ਆ ਉਸ ਤਰ੍ਹਾਂ ਹੀ ਉੱਠ ਕੇ ਖੜੇ ਚਲੇ ਜਾਂਦੇ। ਤਾਂ ਸਿਮਰਨ ਸੁਰਤ ਨੇ ਕਰਨਾ ਹੈ। ਕਈ ਵਾਰ ਜੀਭ ਨਾਲ ਵਾਹਿਗੁਰੂ ਵਾਹਿਗੁਰੂ ਅਸੀਂ ਕਰ ਰਹੇ ਹੁੰਦੇ ਹਾਂ, ਸੁਰਤ ਕਿਤੇ ਹੋਰ ਚਲੀ ਜਾਂਦੀ। ਮੈਂ ਬੇਨਤੀ ਕਰਨਾ ਉਹਨਾਂ ਗੱਲ ਸਮਝਣ ਲਈ ਵੀ ਕੱਪੜੇ ਸਿਉਣ ਵਾਲੀ ਮਸ਼ੀਨ ਤੋਂ ਕਿੱਡੀ ਸੋਹਣੀ ਸਿੱਖਿਆ ਮਿਲਦੀ ਹੈ। ਉੱਪਰ ਇੱਕ ਕਿੱਲ ਹੈ, ਉਹਦੇ ਵਿੱਚ ਧਾਗੇ ਵਾਲੀ ਰੇਲ ਹੈ, ਤੇ ਉਹ ਧਾਗਾ ਤਿੰਨਾਂ ਥਾਵਾਂ ਤੋਂ ਮੋੜ ਘੋੜ ਕੇ ਹੇਠਾਂ ਸੂਈ ਦੇ ਨੱਕੇ ਦੇ ਵਿੱਚ ਲੰਘਾਇਆ ਹੁੰਦਾ। ਖੱਬੇ ਹੱਥ ਨਾਲ ਕੱਪੜਾ ਡਰੈਸਿੰਗ ਕਰਕੇ ਸੱਜੇ ਹੱਥ ਨਾਲ ਇਉਂ ਘੁਮਾਉਂਦੇ ਨੇ, ਉਹ ਆਵਾਜ਼ ਕਰਦੀ ਹੈ ਮਸ਼ੀਨ ਕਰ ਕਰਕੇ, ਉਹਨਾਂ ਕੋ ਕੱਪੜਾ ਸੀਪ ਜਾਂਦਾ। ਫਿਰ ਥੋੜ੍ਹਾ ਜਿਹਾ ਸਿੱਧਾ ਕੀਤਾ, ਫਿਰ ਘੁਮਾਇਆ, ਫਿਰ ਚਲੋ ਹੁਣ ਤੇ ਇਲੈਕਟ੍ਰੋਨਿਕ ਆ ਗਈਆਂ ਨੇ। ਕੱਪੜਾ ਸਿਉਂਦਿਆਂ ਇੱਕਦਮ ਉਹ ਕੱਪੜੇ ਨੇ ਉਹ ਬੈਂਡ ਹੋ ਗਿਆ, ਭੁੰਗ ਜਿਹਾ ਪੈ ਗਿਆ, ਤੇ ਇੱਕ ਉੱਤੋਂ ਦੀ ਇਸ ਤਰ੍ਹਾਂ ਸਿੰਗਲ ਧਾਗਾ ਜਿਹਾ ਆ ਗਿਆ, ਤੇ ਉਹਦੇ ਵਿੱਚ ਸਿਉਣ ਨਾ ਵੱਜੀ। ਹੈ ਇਹ ਕੀ ਬਣਿਆ? ਮਸ਼ੀਨ ਨੂੰ ਆਪਰੇਟ ਕਰਨ ਵਾਲੇ, ਮਸ਼ੀਨ ਨੂੰ ਚਲਾਉਣ ਵਾਲਾ ਦਰਜੀ, ਜਾਂ ਘਰ ਦੇ ਵਿੱਚ ਕੋਈ ਕੱਪੜਾ ਰਿਪੇਅਰ ਕਰਨ ਵਾਲੀ ਸਵਾਣੀ ਆਖਣ ਲੱਗੀ ਇਹ ਕੀ ਬਣਿਆ? ਅਚਾਨਕ ਮਨ ਵਿੱਚ ਖਿਆਲ ਆਇਆ, ਉਹਨੇ ਮਸ਼ੀਨ ਦਾ ਲੌਕ ਖੋਲ੍ਹਿਆ, ਉਹਨੂੰ ਫਿਰ ਇਉਂ ਉਲਟਾ ਕੀਤਾ, ਹੇਠੋਂ ਫਿਰਕੀ ਕੱਢੀ, ਤੇ ਪਤਾ ਲੱਗਾ ਫਿਰਕੀ ਦਾ ਧਾਗਾ ਮੁੱਕ ਗਿਆ। ਫਿਰ ਉਹ ਫਿਰਕੀ ਬਾਹਰ ਕੱਢੀ, ਫਿਰ ਉਹਦੇ ਵਿੱਚ ਪੇਚਕਸ ਫਸਾਇਆ, ਫਿਰ ਉਹਨੂੰ ਵੀਲ ਦੇ ਨਾਲ ਲਾ ਕੇ ਉਹਨੂੰ ਭਰ ਕੇ ਫਿਰ ਉਹਦੇ ਵਿੱਚ ਫਿੱਟ ਕੀਤੀ। ਉਹ ਹੇਠਲਾ ਧਾਗਾ ਉੱਪਰ ਆਇਆ ਔਰ ਉੱਪਰਲਾ ਧਾਗਾ ਹੇਠਾਂ ਆਇਆ। ਜਦੋਂ ਫਿਰ ਉਹ ਦੋਵੇਂ ਧਾਗਿਆਂ ਨੇ ਆਪੇ ਵਿੱਚ ਖਰਿੰਗਲੀ ਮਾਰੀ ਤੇ ਕੱਪੜਾ ਫਿਰ ਸੀਪਣ ਲੱਗ ਪਿਆ। ਹੁਣ ਹੁੰਦਾ ਕੀ ਹੈ, ਉੱਪਰਲੀ ਰੀਲ ਦਾ ਧਾਗਾ ਮੁੱਕ ਜਾਏ ਜਾਂ ਮੁੱਕਣ ਦੇ ਨੇੜੇ ਹੋਵੇ ਨਾ, ਤੇ ਸਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ, ਅਸੀਂ ਅਵੇਅਰ ਹਾਂ। ਇਹ ਕੀ ਹੈ? ਮੈਂ ਤੁਹਾਨੂੰ ਕਹਾਂ ਵੀ ਸੰਗਤ ਜੀ ਇੱਕ ਵਾਰ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ। ਹੁਣ ਧਿਆਨ ਦਿਆ ਜੇ, ਤੁਹਾਡੇ ਵਿੱਚੋਂ ਕਿਹਨ ਆਖਿਆ ਕਿਹਨ ਨਹੀਂ ਆਖਿਆ, ਕੋਲ ਬੈਠਿਆਂ ਨੂੰ ਪਤਾ ਲੱਗ ਜਾਏਗਾ ਵੀ ਐਨ ਨਹੀਂ ਆਖਿਆ। ਇਹ ਤੇ ਵੀ ਰੀਲ ਦਾ ਧਾਗਾ ਰਸਨਾ ਨਾਲ ਕਿੰਨੇ ਕਿਹਾ ਤੇ ਕਿੰਨੇ ਨਹੀਂ ਕਿਹਾ, ਪਕੜ 'ਚ ਆ ਜਾਏਗਾ। ਰੀਲ ਦਾ ਧਾਗਾ ਮੁੱਕ ਜਾਏ ਤੇ ਪਕੜ 'ਚ ਆ ਜਾਏਗਾ, ਪਰ ਸੁਰਤ ਕਰਕੇ ਕਿੰਨੇ ਆਖਿਆ ਤੇ ਕਿੰਨੇ ਨਹੀਂ ਆਖਿਆ ਨਹੀਂ ਨਾ ਪਕੜ 'ਚ ਆਉਂਦਾ। ਫਿਰਕੀ ਦੇ ਧਾਗੇ ਦੇ ਮੁੱਕੇ ਦਾ ਉਦੋਂ ਹੀ ਪਤਾ ਲੱਗਦਾ ਜਦੋਂ ਉਹ ਪੂਰੀ ਤਰ੍ਹਾਂ ਮੁੱਕ ਜਾਂਦਾ। ਜਦੋਂ ਤੱਕ ਦੋਵੇਂ ਧਾਗੇ ਨਹੀਂ, ਉਦੋਂ ਤੱਕ ਕੰਮ ਨਹੀਂ ਹੁੰਦਾ। ਬਹੁਤ ਵਧੀਆ ਕਿਸਮ ਦੀ ਡਿਸ਼ ਹੈ, ਬੜੀ ਚੰਗੀ ਗੱਲ ਹੈ, ਪਰ ਅੰਦਰ LED ਵੀ ਤਾਂ ਉਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਨਾ। LED ਬਹੁਤ ਵਧੀਆ ਹੈ, ਡਿਸ਼ ਲਵਾਈ ਕੋਨੀ, ਕੇਵਲ ਅਜੇ ਲਿਆਈ ਨਹੀਂ, ਕਿਵੇਂ ਮਨੋਰੰਜਨ ਹੋਵੇਗਾ? ਕੰਨ ਦਾ ਆਪਣਾ ਕੰਮ ਹੈ, ਮਨ ਦਾ ਆਪਣਾ ਕੰਮ ਹੈ।
इस वास्ते सिमरन जिहड़ा जिहदी अज महाराज प्रेरणा कर रहे ने, परचै राम रवै जो कोई, पारस परसै दुबधा ना होई, मेर तेर मिट जाती है, जीवन च क्रांति आ जाती है। पर वो सिमरन होवे तां है ना। कोई मनुख फ्रूट भी खाए, ड्राई फ्रूट भी खाए, होर भी संतुलित आहार लवे, कैलरी भरपूर होर जिहड़े विटामिनस ने ਜਾਂ मिनरल ने, डॉक्टर के दसे मुताबक सारा मैन्यू बना के टंगिया होवे और सिस्टमैटिकली लवे तो सेहत बने ना, तो फिर शक हुंदा भी गल की है, फिर किते ना किते फॉल्ट है। घर में सारे उपकरण लगे ने पर चल कोई नहीं रहा, तो असी इलैक्ट्रीशियन नूं सदने जी, वेखो कित्थों तार कोई स्पार्क हो गई है, कोई तार कितों अंदरों खिच नाल विचों टुट गई है, की बनिया। घर दे विच बिजली नहीं आ रही, सारे उपकरण जिउंदे त्यों पए, फिर वो ठीक करता तो सारा चलन लग पैंदा। इस तरह कदी कदी मामूली जिहा किते फॉल्ट हुंदा है। इसलिए शेख साहब कहते ने, आज मिलावा शेख फरीद की कर टाके मकूंजड़ियाँ, मन दे विच जिहड़े फुरने चलते ने, विचारां रूपी कूंजां उड्डदियां ने, इन्हां नूं रोक, निर्विचार हो जा अंदरों, तेरे अंदर कुछ भी ना चले। मनो मचिंदड़ियाँ, ये तेरे मन नूं साड़दियां ने, मचांदियां ने, इन्हां नूं रोक। और संगत जी ये आसान नहीं है पर नामुमकिन भी नहीं है। ये वास्ते सिरड़ करना पैंदा है। तुसी बैठ गए हो, फुरने अंदर चलणगे। हुण जिस तरह कई बार प्रेमी कहते हैं, बाबा जी नितनेम करने आ मन नहीं टिकदा, नितनेम करने आ मन नहीं टिकदा, तो मैं कहना भागां वाले हो। वो कहते जी मजाक करते हो। मैं कहना मन नहीं टिकदा, तुसी कहते हो भागां वाले हो। मैं कहना भागां वाले तां कहना 99% ਨੂੰ तो इस गल नाल मतलब ही नहीं भी मन टिकदा कि नहीं टिकदा। वो तो बस एक ओंकार सतनाम करता पुरख निरभउ निरवैर, ते केती छुट्टी नाल ते काम निबड़ गया। इस गल की टेंशन ही नहीं भी मन टिकदा कि नहीं। तेनू पता लगन लग पिया भी मेरा मन नहीं टिकदा, तो हुण टिकण भी लग पेगा। जिन्हों पता ही नहीं लगा ਉਹਦੀ किवें बात बनेगी। पहला सानू अपनी बीमारी का पता तो लगे ना भी मेरा कोलेस्ट्रॉल वधिया है, मेरा यूरिक एसिड वधिया है, फिर तो तुसी उन्हों कंट्रोल कर लोगे। जिन्हों पता ही नहीं लगा वो कंट्रोल किवें करेगा। तो ये बड़ी वड्डी गल है भी सानू पता लगन लग पे बई साडा मन जिहड़ा जदों असीं जपजी पढ़ने आ, इहदे विच होर विचार चलदे ने। ना टिकन का की मतलब है, होर विचार चल रहे हैं। फिर वो जिहड़े होर विचार चल रहे हैं उन्होंने रोकना। जदों रुक जाणगे ना संगत जी, कदी कदी तो इस तरह भी हुंदा है भी पलक झलक लगती है। महात्मा बुद्ध जदों घर बार छड्डिया ना, सम्राट सी, राजकुमार सी, बड़ी लंबी कथा है। जदों भिक्षु बनना सी, रात सुत्ते पै सारिਆਂ ਨੂੰ ਛੱਡਿਆ, दिन दे वेले ਛੱਡ नहीं पावांगा। सुत्ते पै राहुल पुत्र का मूँह वेख्या, इस्त्री वेखी, तिजोरी एक बार जान लग्या खोल के वेखी। जदों चले गए एक इस तरह का भी पीरियड आया भी सिर्फ एक चौलों का दाना, एक चौलों का दाना सिर्फ लेंदे सन ते थोड़ा जिहा पानी। जिहड़ा पेट सी ना वो सुक के पिछे लक ना लग गया। बैठे रहना बैठे रहना बैठे रहना, कुछ ना कुछ करते रहना। कई साल लंघ गए, बात नहीं बनी। और एक दिन वो बोर्ड है उन्होंने वेखण वास्ते सारा यूरोप आता है। बिहार का एक शहर है गया, गया ये हैड ऑफिस है बौद्धियां का। बुद्धिज़म का चिराग भी भारत में ही जगया। बुद्ध धर्म का शुरुआत भी बिहार विचों हुई और कलगीधर पातशाह का प्रकाश भी बिहार दे विच ही होया। वो बड़ा मान करते हैं बिहारी इस गल ते, उत्थों की लीडरशिप भी ये दो महापुरख जिहड़े ने ये बिहार ने दिते ने, सिखिज़म नूं ते बौद्धिज़म नूं। तो बैठिया बैठिया मन में विचार है भी बात नहीं बन रही, हुण छड्ड देना चाहिए, कम से कम अपना राज भाग ते जाके संभालीए। और बैठिया बैठिया कहते ने पलक झलक दे विच सब कुछ बदल गया। निर्विचार हुई सुरत और निर्विचार हुंदियां सारी वो आके चौंकड़ी मार के बैठ गया। सारी सृष्टि बदल गई। जिवें ही
दृष्टि बदलती है, सृष्टि नाल दी नाल बदल जाती है। तो कोशिश करन नाल फिर कदी कदी अचनचेत घटना वापर जाती है। इस वास्ते मैं बेनती कर रहा सा भी सिमरन किवें करिए, सिमरन किवें करना चाहिए। तो प्यारिओ इहदा इक्को ही तरीका है भी असी बैठ जाइए। मैं तो इत्थों गल शुरू करना हुन्ना, बेनती करना हुन्ना भी पहलां वेखो मैं कर की रहा वां, मैं सवेर तो शाम तक की करना वा, और हुण मैं जिहड़ा बैठा सोच रहा वां हुण मेरे अंदर की चल रहा है। जदों सानू अपनियां उकाइयां दा पता लग जाए भी मेरे अंदर की विचार चल रहे ने, फुरने किस तरह के चल रहे ने, इन्हां नूं रोकना किस तरह है, और उन्हां नूं रोकण च कामयाब हो गए तो फिर बहुत ही देर नहीं लगनी। फिर एक चित जे एक छिन ते आयो, काल फांस के बीच ना आयो। फिर तो एक बार मूँह चों निकल गया ना सतनाम श्री वाहिगुरू, और एक बार ही काफ़ी है। फिर असी आ इन्नी कथा कीर्तन नाम बाणी का अभ्यास क्यों कर रहे हैं जी? जे एक छिन च ही हो जाता है। इसका उत्तर यह है भी वो एक छिन साडी जिंदगी च आ जाए, ये सब कुछ असी तां कर रहे हैं। उस तरह की अवस्था साडी अंदरली बन जाए, किते वाहिगुरू किरपा करे। परचै राम रवै जो कोई, जिहदा मन परमात्मा के नाम च परच जाता है, ਉਹਦੀ अवस्था बनती है पारस परसै। जिवें पारस नाल कोई धातु छो दईए सोना बन जाती है, दुबधा ना होई ਉਹਦੇ जीवन चों मेर तेर मुक जाती है। फिर कहना है बिन देखै उपजै नहीं आसा। जिन्ना चिर किसी चीज़ नूं वेखीए ना ना संगत जी, आस नहीं उपजदी। तुसीं बाजार विच तुरे जांदिआं मौसमी फल देखे ने, बड़ी अच्छी किस्म के फल ने, ते उन्हां नूं वेख के कई बार बंदे के मन च आस उपज जाती भी चलो किलो 2 किलो लै चलीए। तो जे वेखे ही नहीं, पता ही नहीं लगा भी अजे फल आया बाजार च कि नहीं आया, तो फिर नहीं बात बनती। बहुत बारी साडा जिहड़ा भाईचारा बाहर बहुत जाता है ना, बाहरों कोई आया होंदा है, उत्थे ना संगत जी एक नैचुरल सलाब जी है, थले मिट्टी घट्टा नहीं उठता, नैचुरल सलाब है, स्नो पै गई, मीह पै गया, तो थोड़ी स्किन नैचुरली उत्थे साफ हो जाती है होर तरह की। उन्होंने लोगों के रंग इस तरह साफ होने का कारण उत्थों का क्लाइमेट है, होर कोई वो किसी होर दुनिया चो नहीं आए। उन्होंने तुसीं इत्थे लिया के साल 2 साल छड्ड दिओ, इस तरह के ही हो जाएंगे जिस तरह के असीं तुसीं हैं, और इत्थों दे नूं उत्थे छड्ड दिओ। अच्छा वो कोई आया मोटे मोटे कड़े पाए सन, ते परफ्यूम भी चंगा लाया सी, स्किन भी साफ हुई, वड्डी सारी गड्डी उत्ते वड्डे वड्डे टैची लदे हुए, कित्थों आया जी? अमरीका चो आया। बड़ियां मौजां उत्थे, वेखो ये किड्डे किड्डे मोटे कड़े 20-20 तोलियां का कोई कड़ा बना लेंदे ने, असीं तो 20 तोलियां नाल 2 विआह कर लैंदे आ। आस पैदा होगी भी नहीं मैं भी जाना उत्थे। जदों तक वेखीए ना उदों तक आस नहीं पैदा होंदी। बिन देखे उपजै नहीं आसा, जो दीसै सो होए बनासा। भगत जी कहते ने भी पारस प्रभु के चरण छोहने सौखा काम नहीं, क्योंकि वो इन्हां अखां नाल दिसदा नहीं है। उसनूं वेखण तो बिना उस पारस प्रभु के चरण छोहण दी तांग पैदा नहीं हुंदी। बिन देखै उपजै नहीं आसा। परमात्मा नूं तो असीं वेख्या नहीं, ना तुसीं वेख्या ना मैं वेख्या, ते हुण बिना वेख्या चरण छूहण दी तांग नहीं पैदा हुंदी। हुण दूजी गल भी जो दिसै सो होए, जो दिस रहा है ये सब नाशवंत है। जो सानू इन्हां नेत्रां नाल दिस रहा है, इनू बाणीकार कहंदे ना भी जग रचना सब झूठ मींज नाशवंत है। तो मैं इसे वास्ते कहना हुन्ना भी ये जिहड़ी बाणी है ना, ये महंगी है। बाणी सारी सत्कारयोग है, इक्का बाणी एक गुर इक्को शब्द विचार, पर इनू समझण लई बहुत ज़्यादा दिमाग के उत्ते, खास करके जिहड़े शब्द की असीं अज विचार कर रहे हैं, ये टपला लगन के डर ने। इस वास्ते बड़ी लंबा चौड़ा विश्लेषण प्रोफैसर साहब ने किया है, तुसीं देख ही रहे हो। तो हुण बाबा जी कहंदे ने बरन सहित जो जापै नाम, सो जोगी केवल निहकाम। इस प्रकार संसार दे नाल मोह बनिया रहिंदा है, ते ये जो कुछ दिसदा है सब नाश हो जाने वाला है।
ਹੁਣ ਅਗਲੀ ਗੱਲ ਹੈ ਵੀ ਵਰਨ ਸਹਿਤ ਜੋ ਜਾਪੈ ਨਾਮ, ਜਿਹੜਾ ਵੀ ਮਨੁੱਖ ਪ੍ਰਭੂ ਦੇ ਗੁਣ ਗਾਉਂਦਾ ਹੈ ਤੇ ਪ੍ਰਭੂ ਦਾ ਨਾਮ ਜਪਦਾ ਹੈ, ਵਰਨ ਸਹਿਤ ਵਰਣਨ ਕਰਦਾ ਹੈ। ਵਰਨ ਦੇ ਅਰਥ ਇੱਥੇ ਚਾਰ ਵਰਨ ਨਹੀਂ, ਵਰਨ ਮੀਨਜ਼ ਵਰਣਨ। ਉਹ ਫਿਰ ਕੀ ਕਰਦਾ ਹੈ, ਉਹੀ ਅਸਲ ਜੋਗੀ ਹੈ। ਦੂਜਾ ਜਿਹੜਾ ਉਹ ਜੋਗੀ ਨਹੀਂ ਗਾ, ਉਹਨੂੰ ਫਿਰ ਮਹਾਰਾਜ ਕਹਿੰਦੇ ਨੇ ਗੱਲੀ ਜੋਗ ਨਾ ਹੋਈ। ਉਹਨੂੰ ਫਿਰ ਮਹਾਰਾਜ ਕਹਿੰਦੇ ਨੇ ਨਾਨਕ ਆਖੈ ਭੰਗਰਨਾਥ ਤੇਰੀ ਮਾਓ ਕੁਚੱਜੀ ਆਈ। ਭਾਂਡਾ ਧੋਏ ਨਾ ਜਾਤੇ ਹੁਣ ਭਾਏ ਕੁਚੱਜੇ ਫੁੱਲ ਸੜਾਈ, ਹੋਏ ਅਤੀਤ ਗ੍ਰਿਸ਼ਤ ਅੱਜ ਫਿਰ ਉਹਨੂੰ ਕੇ ਕਰ ਮੰਗਣ ਜਾਈ, ਔਰ ਬਿਨ ਦਿੱਤਾ ਕਿਛ ਹੱਥ ਨਾ ਆਈ। ਤੋ ਉਹ ਅਸਲ 'ਚ ਜੋਗੀ ਹੈ। ਔਰ ਮਹਾਰਾਜ ਕਹਿੰਦੇ ਨੇ ਸੋ ਜੋਗੀ ਉਹ ਜੋਗੀ ਹੈ ਕੇਵਲ ਨਿਹਕਾਮ, ਉਹਦੀਆਂ ਕਾਮਨਾਵਾਂ ਮੁੱਕ ਜਾਂਦੀਆਂ ਨੇ। ਸੰਗਤ ਜੀ, ਰਾਜਾ ਕੌਣ ਹੈ? ਜਿਹਦੇ ਅੰਦਰੋਂ ਕਾਮਨਾਵਾਂ ਮੁੱਕ ਜਾਣ। ਜਿਹੜਾ ਰੱਜ ਜਾਏ ਉਹ ਰਾਜਾ ਹੈ। ਤੇ ਆਮ ਤੌਰ ਤੇ ਤੁਸੀਂ ਦੇਖਦੇ ਹੋ ਰਾਜੇ ਤੇ ਰੱਜਦੇ ਨਹੀਂ। ਜੋਗੀ ਰੱਜ ਜਾਂਦਾ ਹੈ, ਮੋਨੀ ਰੱਜ ਜਾਂਦਾ ਹੈ, ਸੱਚੀ ਮੁੱਚੀ ਦਾ ਮੋਨੀ, ਸੱਚੀ ਮੁੱਚੀ ਦਾ ਜੋਗੀ। ਗੁਰਮੁਖ ਜੋਗੀ ਜਾਗਦੇ, ਜਿਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰਮੁਖ ਜੋਗੀਆਂ ਦੀ ਗੱਲ ਹੈ। ਹੁਣ ਬਚੇ ਹੋਏ ਸਮੇਂ ਵਿੱਚ ਆਪਾਂ ਬਾਕੀ ਪਦਿਆਂ ਦੀ ਥੋੜ੍ਹੀ ਵਿਚਾਰ ਕਰ ਲਈਏ। ਸ਼ਬਦ ਦਾ ਦੂਸਰਾ ਪਦ ਹੈ ਸੰਗਤ ਜੀ, ਸੋ ਮੁਨ ਮੁਨੀ ਕੌਣ ਹੈ, ਮਨ ਕੀ ਦੁਬਦਾ ਖਾਏ, ਔਰ ਬਿਨ ਦੁਆਰੇ ਤ੍ਰੈ ਲੋਕ ਸਮਾਏ। ਬਿਨ ਦੁਆਰੇ ਦੇ ਅਰਥ ਨੇ ਪ੍ਰਮਾਤਮਾ। ਅੱਛਾ, ਬਿਨ ਦੁਆਰੇ ਦੇ ਅਰਥ ਪ੍ਰਮਾਤਮਾ ਕਿਵੇਂ ਹੋ ਗਏ? ਦੇਖੋ, ਇੱਕ ਹੁੰਦੇ ਨੇ ਪਦ ਅਰਥ, ਇੱਕ ਹੁੰਦੇ ਨੇ ਸਰਲ ਅਰਥ, ਤੇ ਇੱਕ ਹੁੰਦੇ ਨੇ ਭਾਵ ਅਰਥ। ਦੁਆਰੇ ਕਿਹਦੇ ਨੇ? ਸਾਡੇ ਸਰੀਰ ਦੇ 9 ਦੁਆਰੇ। ਪਰ ਪ੍ਰਮਾਤਮਾ ਦਾ ਜਦੋਂ ਸਰੀਰ ਹੀ ਨਹੀਂ ਤੇ ਉਹਦੇ ਦੁਆਰੇ ਵੀ ਕੋਈ ਨਹੀਂ ਗਏ, ਇਸ ਗੱਲ ਕਰਕੇ ਉਹਨੂੰ ਬਿਨ ਦੁਆਰੇ ਕਹਿ ਦਿੱਤਾ। ਹੁਣ ਤੁਸੀਂ ਦੱਸੋ, ਜਿਹੜੇ ਲੋਕ ਇਹ ਸਿਫਾਰਿਸ਼ ਕਰਦੇ ਨੇ ਵੀ ਨਹੀਂ ਜੀ ਕੀਰਤਨ ਕਾਫੀ ਹੈ, ਇਹ ਗੱਲਾਂ ਕੀਰਤਨ 'ਚ ਕਲੀਅਰ ਹੋ ਜਾਣਗੀਆਂ? ਦੂਰ ਦੂਰ ਤੱਕ ਕਥਾ ਵਿੱਚ ਨਹੀਂ ਹੁੰਦੀਆਂ, ਕੀਰਤਨ 'ਚ ਕਿੱਥੋਂ ਹੋ ਜਾਣਗੀਆਂ? ਕਥਾ ਵੀ ਵਾਰ-ਵਾਰ ਨਿੱਠ ਕੇ ਕੀਤੀ ਜਾਏ। ਫਿਰ ਜਿਹੜੇ ਕੋਈ ਜਗਿਆਸੂ ਥੋੜ੍ਹੀ ਦਿਲਚਸਪੀ ਲੈਂਦੇ ਨੇ, ਆਪ ਵੀ ਥੋੜ੍ਹੀ ਮਿਹਨਤ ਕਰਦੇ ਨੇ, ਵਿਚਾਰ ਵੀ ਸੁਣਦੇ ਨੇ, ਉਹਨਾਂ ਨੂੰ ਵੀ ਪੂਰੀ ਤਰ੍ਹਾਂ ਨਹੀਂ ਪਰ ਕੁਝ ਨਾ ਕੁਝ ਗੱਲ ਸਮਝ ਆ ਜਾਂਦੀ। ਤੇ ਜੇ ਕਹੀਏ ਕਥਾ ਦੀ ਲੋੜ ਹੀ ਨਹੀਂ, ਤੇ ਫਿਰ ਕਿੱਦਾਂ ਗੱਲ ਬਣੇਗੀ? ਤਾਂ ਬਹੁਤ ਸਾਰੇ ਵਿੱਚ ਪੇਚੀਦਾ ਇਸ਼ੂ ਨੇ ਜਿਨ੍ਹਾਂ ਨੂੰ ਸਮਝਣਾ ਪੈਂਦਾ ਹੈ, ਖੋਲ੍ਹਣਾ ਪੈਂਦਾ ਹੈ। ਸੋ ਇਸ ਪ੍ਰਕਾਰ ਨਾਮ ਸਿਮਰਨ ਵਾਲਾ ਉਹ ਮਨੁੱਖ ਅਸਲ ਰਿਸ਼ੀ ਹੈ। ਨਾਮ ਦੀ ਬਰਕਤ ਨਾਲ ਆਪਣੇ ਮਨ ਦੀ ਮੇਰ ਤੇਰ ਮਿਟਾ ਲੈਂਦਾ ਹੈ, ਦੁਬਦਾ। ਮੇਰ ਤੇਰ ਕੀ ਹੈ ਸੰਗਤ ਜੀ? ਆਹ ਚੀਜ਼ ਮੇਰੀ ਹੈ ਤੇ ਆਹ ਚੀਜ਼ ਤੇਰੀ ਹੈ। ਇਹਦੇ ਨਾਲ ਨਾ ਆਤਮਿਕ ਪੱਖੋਂ ਮਨੁੱਖ ਨੂੰ ਬੜਾ ਨੁਕਸਾਨ ਹੁੰਦਾ ਹੈ, ਕਿਉਂਕਿ ਮਹਾਰਾਜ ਕਹਿੰਦੇ ਨੇ ਵੀ ਕੋਈ ਵੀ ਕਾਰਜ ਦਾ ਰਾਸ ਨਹੀਂ ਹੁੰਦਾ ਮੇਰ ਤੇਰ ਵਾਲੇ ਦਾ। ਮੇਰ ਤੇਰ ਆਮ ਲੋਕਾਂ ਨਾਲ ਕਰਨਾ, ਫਿਰ ਹੌਲੀ ਹੌਲੀ ਆਪਣੇ ਪਰਿਵਾਰ ਨਾਲ ਕਰਨਾ ਸ਼ੁਰੂ ਕਰ ਦੇਣਾ। ਬਈ ਆ ਤੇਰਾ ਤੌਲੀਆ ਪਰਾਂ ਰੱਖ, ਮੇਰੀ ਜੁੱਤੀ ਇੱਧਰ ਰੱਖ, ਤੇਰੀ ਕੌਲੀ ਇੱਧਰ ਰੱਖ, ਮੇਰਾ ਗਲਾਸ ਇੱਧਰ ਰੱਖ, ਮੇਰ ਤੇਰ। ਹਜ਼ੂਰ ਕਹਿੰਦੇ ਨੇ ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੇ ਆਏ। ਪਰ ਇਹ ਕਹਿਣਾ ਬੜਾ ਆਸਾਨ ਹੈ, ਅਪਲਾਈ ਕਰਨਾ ਨਾਮੁਮਕਿਨ ਤੇ ਨਹੀਂ, ਪਰ ਥੋੜਾ ਟਫ ਜ਼ਰੂਰ ਹੈ। ਮੇਰ ਤੇਰ ਤੋਂ ਉੱਪਰ ਉੱਠ ਜਾਣਾ। ਐਸਾ ਨਹੀਂ ਵੀ ਇਸ ਤਰ੍ਹਾਂ ਦੇ ਲੋਕ ਹੈ ਹੀ ਨਹੀਂ। ਪਿੱਛੇ ਜੇ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਹੋਰਾਂ ਦੀ ਫੇਸਬੁੱਕ ਦੇ ਉੱਤੇ ਇੱਕ ਉਹਨਾਂ ਨੇ ਛੋਟੀ ਜਿਹੀ ਵੀਡੀਓ ਬਣਾ ਕੇ ਪਾਈ। ਉਹ ਵੀ ਕਿਸੇ ਸੇਵਾਦਾਰ ਨੇ ਚੋਰੀ ਪਾ ਦਿੱਤੀ। ਪਤਾ ਉਹਦੇ ਵਿੱਚ ਕੀ ਕਾਰਵਾਈ ਹੋ ਰਹੀ ਸੀ? ਵਕੀਲ ਸੱਦਿਆ ਹੋਇਆ ਸੀ, ਕਹਿਣ ਲੱਗੇ ਮੈਂ ਸਾਰੀ ਉਮਰ ਗੁਰੂ ਰਾਮਦਾਸ ਦੇ ਦਰਬਾਰ ਦੀ ਸੇਵਾ ਕੀਤੀ ਹੈ, ਮੇਰੀ ਲਿਆਕਤ ਕਰਕੇ ਲੋਕਾਂ ਮੈਨੂੰ ਨਹੀਂ ਸਭ ਕੁਝ ਦਿੱਤਾ। ਇਹ ਗੁਰੂ ਰਾਮਦਾਸ ਦੇ ਸੇਵਾਦਾਰ ਹੋਣ ਕਰਕੇ ਇੱਥੇ ਕੋਠੀ ਬਣ ਗਈ, ਇੱਥੇ ਪਲਾਟ ਬਣ ਗਿਆ ਹੈ। ਮੇਰੇ ਬੱਚਿਆਂ ਨੇ ਇਹਦੇ 'ਚ ਕੁਛ ਨਹੀਂ ਕੀਤਾ, ਨਾ ਹੀ ਮੈਂ ਕੁਛ ਕੀਤਾ। ਮੈਂ ਤੇ ਨਹਾ ਧੋ ਕੇ ਕੱਪੜੇ ਪਾ ਕੇ ਚੌਰ ਲੈ ਕੇ ਬਹਿ ਜਾਂਦਾ, ਮੈਂ ਕੀਤਾ ਕੀ ਹੈ? ਬਾਬਾ ਜੀ ਕਰੀਏ ਕੀ, ਦੱਸੋ ਕਿਉਂ ਸੱਦਿਆ ਜੇ? ਆਖਣ ਲੱਗੇ ਸਾਰੀ ਗੁਰੂ ਰਾਮਦਾਸ ਦੇ ਦਰਬਾਰ ਦੇ ਕਰ ਦਿਓ, ਵਸੀਅਤ ਕਰ ਦਿਓ।
ਇਹ ਮੇਰੀ ਨਹੀਂ, ਇਹ ਪ੍ਰੋਪਰਟੀ ਮੇਰੀ ਨਹੀਂ। ਤੇ ਅਸੀਂ ਤੇ ਲੋਕਾਂ ਦੀ ਨੂੰ ਕਹਿੰਦੇ ਆ ਵੀ ਇਹ ਵੀ ਮੇਰੀ ਹੈ। ਪਰਾਏ ਧਨ ਨੂੰ ਤੇ ਪਰਾਏ ਤਨ ਨੂੰ ਵੀ ਆਪਣਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ। ਪਰ ਕਿਤੇ ਕਿਤੇ ਅਜੇ ਵੀ ਕੋਈ ਹਰਿਆ ਬੂਟ ਰਹੇ ਹੋ ਰਹੀ, ਕਿਤੇ ਕਿਤੇ ਦੀਵਾ ਅਜੇ ਜਗ ਰਿਹਾ ਸੱਚੀ ਮੁੱਚੀ। ਔਰ ਫਿਰ ਮੇਰ ਤੇਰ ਮਿਟ ਜਾਂਦੀ ਹੈ। ਅਸਲ ਵਿੱਚ ਉਹੀ ਮੋਨੀ ਹੈ, ਉਹੀ ਰਿਸ਼ੀ ਹੈ ਜਿਹਦੇ ਅੰਦਰੋਂ ਸੰਗਤ ਜੀ ਮੇਰ ਤੇਰ ਮਿਟ ਜਾਏ। ਸੋ ਮੁਨ ਮਨ ਕੀ ਦੁਬਦਾ ਖਾਏ, ਬਿਨ ਦੁਆਰੇ ਤ੍ਰੈ ਲੋਕ ਸਮਾਏ। ਉਸ ਪ੍ਰਭੂ ਵਿੱਚ ਸਮਾਇਆ ਰਹਿੰਦਾ ਹੈ। ਬਿਨ ਦੁਆਰੇ ਕੀ ਹੈ? ਉਹ ਪ੍ਰਭੂ, ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ ਹੈ, ਜੋ ਤ੍ਰਿਲੋਕੀ ਵਿੱਚ ਵਿਆਪਕ ਹੈ, ਜਿਹੜਾ ਤ੍ਰੈ ਲੋਕ ਸਮਾਏ, ਤਿੰਨਾਂ ਲੋਕਾਂ 'ਚ ਸਮਾਇਆ। ਔਰ ਬਿਨ ਦੁਆਰੇ ਹੈ, ਜਿਹਦੇ ਕੋਲ ਕੋਈ ਮਤਲਬ ਉਹ ਸਰੀਰ ਨਹੀਂ, ਜਿਹੜੇ ਸਰੀਰ ਦੇ ਦੁਆਰੇ ਨੇ, 9 ਦੁਆਰੇ ਪ੍ਰਗਟ ਕੀਏ, ਉਹ ਨਿਰਸਰੀਰ ਹੈ। ਉਹ ਪ੍ਰਮਾਤਮਾ ਵਿੱਚ ਫਿਰ ਉਹ ਸਮਾਇਆ ਰਹਿੰਦਾ ਹੈ। ਅਗਲੇ ਬੋਲ ਨੇ, ਮਨ ਕਾ ਸੁਭਾਉ ਸਭ ਕੋਈ ਕਰੈ, ਕਰਤਾ ਹੋਏ ਸੋ ਅਨਪੜ੍ਹ ਹੈ। ਅਸੀਂ ਸਾਰੇ ਮਨ ਦੇ ਪ੍ਰੇਰੇ ਹੋਈ ਸਭ ਕੁਝ ਕਰਨੇ ਆ। ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜਦੋਂ ਮਨੁੱਖ ਦੀ ਡੈਥ ਹੋ ਜਾਂਦੀ ਹੈ ਨਾ, ਦੇਖੋ ਇੱਕ ਤੇ ਉਹ ਵਰਗ ਹੈ ਜਿਹੜਾ ਕਹਿੰਦਾ ਵੀ ਇਹ ਜਿਹੜੀ ਸਾਡੀ ਬਾਡੀ 5 ਤੱਤਾਂ ਦੀ ਬਣੀ ਹੈ, ਐਨਰਜੀ ਜਿਹੜੀ ਹੈ ਉਹ ਖਰਚ ਹੋ ਜਾਂਦੀ ਹੈ ਔਰ ਇੱਕ ਸਟੇਜ 'ਤੇ ਜਾ ਕੇ ਫਿਨਿਸ਼ ਹੋ ਜਾਂਦਾ, ਜਿਸ ਤਰ੍ਹਾਂ ਕੋਈ ਬੈਟਰੀ ਫਿਨਿਸ਼ ਹੋ ਜਾਂਦੀ ਹੈ ਅਤੇ ਬਸ ਉਦੋਂ ਮਗਰੋਂ ਕੁਛ ਨਹੀਂ, ਕੋਈ ਪੁਨਰ ਜਨਮ ਨਹੀਂ, ਕੁਛ ਨਹੀਂ। ਤਾਂ ਸਾਡਾ ਜਿਹੜਾ ਵਿਸ਼ਵਾਸ ਹੈ ਗੁਰਬਾਣੀ ਅਨੁਸਾਰ ਉਹ ਇਹ ਹੈ ਵੀ ਅਸੀਂ ਬੜੀ ਲੰਬੀ ਯਾਤਰਾ ਕਰਕੇ ਆਏ ਹਾਂ, ਕਈ ਜਨਮ ਪੈ ਕੀਟ ਪਤੰਗਾ, ਔਰ ਇਹ ਤੋਂ ਬਾਅਦ ਅਗਲੀ ਯਾਤਰਾ ਹੋਰ ਸ਼ੁਰੂ ਹੋਣੀ ਹੈ। ਹੁਣ ਜਦੋਂ ਕਾਇਆਂ ਦੀ ਮੰਡੋਲੀ ਡਿੱਗਦੀ ਹੈ ਨਾ, ਵਿੱਚੋਂ ਰੂਹ ਨਿਕਲਦੀ ਹੈ, ਮਨ ਇਹਦੇ ਨਾਲ ਹੀ ਚਲਾ ਜਾਂਦਾ ਹੈ। ਥੋੜ੍ਹਾ ਜਿਹਾ ਸੁਰ 'ਤੇ ਉਚੇਚਾ ਪ੍ਰੈਸ਼ਰ ਦੇ ਕੇ ਮੇਰੀ ਬੇਨਤੀ ਸੁਣਿਓ, ਕਿਉਂਕਿ ਬਰੀਕ ਨੁਕਤਾ ਹੈ ਔਰ ਡਰਾਈ ਹੈ ਥੋੜ੍ਹਾ ਜਿਹਾ। ਮਨ ਕੀ ਹੈ? ਕਿਸੇ ਦਾ ਪੋਸਟਮਾਰਟਮ ਕਰਕੇ ਵੀ ਚਲੋ ਵੇਖੀਏ ਇਹਦਾ ਰੰਗ ਕਿਸ ਤਰ੍ਹਾਂ ਦਾ, ਰੂਪ, ਵਜਨ ਕਿੰਨਾ, ਕੋਈ ਮੋਟਾ ਚੌੜਾ ਲੰਮਾ ਕਿੰਨਾ, ਕੁਛ ਨਹੀਂ, ਉਹ ਅਦ੍ਰਿਸ਼ ਹੈ। ਇਸੇ ਕਰਕੇ ਬਾਣੀ ਕਹਿੰਦੀ ਨਾ ਵੀ ਤੀਰਥਾਂ ਦੇ ਇਸ਼ਨਾਨ ਦਾ ਕੋਈ ਲਾਭ ਨਹੀਂ। ਕਿਉਂ ਜੀ? ਉਹ ਕਹਿੰਦੇ ਵੀ ਮਨ ਮਤ ਅਦ੍ਰਿਸ਼ ਹੈ, ਪਾਣੀ ਸਥੂਲ ਹੈ, ਪਾਣੀ ਦੀ ਤੇ ਮਨ ਤੱਕ ਪਹੁੰਚ ਹੀ ਨਹੀਂ। ਪਾਣੀ ਦੀ ਤਨ ਤੱਕ ਪਹੁੰਚ ਹੈ, ਪਾਣੀ ਦੀ ਮਨ ਤੱਕ ਪਹੁੰਚ ਨਹੀਂ। ਪਰ ਮਨ ਤੱਕ ਬਾਣੀ ਦੀ ਪਹੁੰਚ ਹੈ, ਵਿਚਾਰਾਂ ਦੀ ਪਹੁੰਚ ਹੈ, ਓਪੀਨੀਅਨ ਦੀ ਪਹੁੰਚ ਤੇ ਹੈ ਨਾ ਮਨ ਤੱਕ ਸੰਗਤ ਜੀ। ਹੁਣ ਜਦੋਂ ਕਾਇਆਂ ਦੀ ਮੰਡੋਲੀ ਅੱਗੇ ਯਾਤਰਾ ਤੇ ਜਾਂਦੀ ਹੈ ਨਾ, ਮਨ ਨਾਲ ਹੀ ਚਲਾ ਜਾਂਦਾ। ਕੋਟ ਕਿੱਥੋਂ ਕਰ ਰਹੇ ਹੋ ਗਿਆਨੀ ਜੀ? तो पढ़ो, जन्म जन्म की इस मन को मल लागी, काला हुआ शाह खनली धोती, उजली ना होवे जे सो धोवन पा। खनली कहते जिहड़ी तेली दे कोल ਉਹ कोलू साफ करन वास्ते टाकी हुंदी है, लीर हुंदी है, ਉਹ तेल ਉਹਦੇ ਵਿੱਚ ਵੜ ਵੜ ਕੇ ਤੰਦ ਮੈਲ ਪੈ ਜਾਂਦੀ ਹੈ। ਹੁਣ ਪਾਣੀ ਨਾਲ ਧੋਵੋ ਸਗੋਂ ਹੋਰ ਚਿਪਚਿਪੀ ਜਿਹੀ ਹੋ ਜਾਂਦੀ ਹੈ। ਫਿਰ ਉਹਨੂੰ ਸੜਦੇ ਬਲਦੇ ਪਾਣੀ ਦੇ ਵਿੱਚ ਇਸ ਤਰ੍ਹਾਂ ਪਾਈਏ ਨਾ, ਤੇ ਫਿਰ ਉਹ ਥਿੰਦਾ ਜਿਹੜਾ ਹੈ ਉਹ ਵੀ 2-3 ਵਾਰ ਕਰੀਏ, ਫਿਰ ਉਹ ਥਿੰਦਾ ਥੱਲੇ ਰਹਿ ਜਾਂਦਾ, ਉਹਦੇ ਵਿੱਚੋਂ ਨਿਕਲ ਜਾਂਦਾ ਮਨ ਜਿਹੜਾ ਉਹ ਨਿਕਲ ਜਾਂਦਾ। ਸਪਸ਼ਟ ਹੋ ਗਿਆ ਵੀ ਇਹ ਕਈ ਜਨਮ ਇਹਨੇ ਆਤਮਾ ਦੇ ਨਾਲ ਸਫ਼ਰ ਕੀਤਾ। ਇਹ ਸਰੀਰ ਨੂੰ ਕੋਈ ਸ਼ਸਤਰਾਂ ਨਾਲ ਕੱਟੇ, ਕੋਈ ਅਸਤਰਾਂ ਨਾਲ ਕੱਟੇ, ਗੋਲੀ ਮਾਰ ਕੇ ਮਾਰੇ, ਬੇਰ ਕਰਕੇ ਮਾਰਦਾ, ਇਹਨੂੰ ਆਤਮਾ ਨੂੰ ਤੇ ਮਨ ਨੂੰ ਕੋਈ ਫਰਕ ਨਹੀਂ ਪੈਂਦਾ, ਇਹ ਇੰਜਰਡ ਨਹੀਂ ਹੁੰਦੇ। ਜਿਸ ਤਰ੍ਹਾਂ ਸੰਗਤ ਜੀ ਕਿਸੇ ਪਲੇਨ ਵਿੱਚ ਕੋਈ ਬੰਬ ਰੱਖਦੀ, ਉਹਦੇ ਪੜਖੱਚੇ ਉੱਡ ਜਾਣ, ਪਰ ਉਸ ਪਲੇਨ ਵਿੱਚ ਜਿਹੜਾ ਬਲੈਕ ਬਾਕਸ ਹੁੰਦਾ ਨਾ, ਉਹਨੂੰ ਕੁਛ ਨਹੀਂ ਹੁੰਦਾ। ਔਰ ਉਸ ਬਲੈਕ ਬਾਕਸ ਵਿੱਚ ਸਾਰੀ ਹਿਸਟਰੀ ਹੁੰਦੀ ਹੈ ਵੀ ਬਲਾਸਟ ਕਿਵੇਂ ਹੋਇਆ, ਕਿੰਨੇ ਵੱਜ ਕੇ ਕਿੰਨੇ ਮਿੰਟ ਕਿੰਨੇ ਸੈਕਿੰਡ 'ਤੇ ਹੋਇਆ, ਪਲੇਸ ਕਿਹੜੀ ਸੀ, ਕੀ ਕੁਝ ਉਦੋਂ ਵਾਪਰਿਆ, ਚੀਕ ਚਿਖਾੜਾ ਅੰਦਰ ਕਿਵੇਂ ਦਾ ਪਿਆ, ਉਹ ਬਲੈਕ ਬਾਕਸ ਵਿੱਚ ਸਭ ਕੁਝ ਕੈਦ ਹੋ ਜਾਂਦਾ ਔਰ ਉਹਨੂੰ ਕੋਈ ਨੁਕਸਾਨ ਨਹੀਂ ਹੁੰਦਾ। ਇਸੇ ਤਰ੍ਹਾਂ ਇਸ ਪਲੇਨ ਵਿੱਚ ਨਾ ਮਨ ਰੂਪੀ ਇੱਕ ਬਲੈਕ ਬਾਕਸ ਉਹਨੇ ਫਿੱਟ ਕੀਤਾ ਹੈ, ਉਹ ਫਿਰ ਸਫ਼ਰ ਕਰਦਾ ਨਾਲ। ਹੁਣ ਜੋ ਕੁਝ ਅਸੀਂ ਸੰਗ੍ਰਹਿਤ ਕੀਤਾ ਉਹ ਆਪਣੇ ਨਾਲ ਲੈ ਜਾਂਦਾ ਹੈ, ਉਹ ਫਿਰ ਇਹਦੇ ਸੰਸਕਾਰ ਬਣ ਜਾਂਦੇ ਨੇ। ਜਿਸ ਤਰ੍ਹਾਂ ਛੋਟਾ ਬੱਚਾ ਅੰਗੂਠਾ ਮੂੰਹ 'ਚ ਪਾ ਕੇ ਚੁੰਘਣਾ ਸ਼ੁਰੂ ਕਰਦਾ ਹੈ, ਤੇ ਵਕਤ ਸਿਰ ਨਾ ਰੋਕੀਏ ਤੇ ਕਈ ਵਾਰ ਮੂੰਹ ਤੇ ਦਾੜੀ ਆ ਜਾਂਦੀ, ਅੰਗੂਠਾ ਚੁੰਘਣ ਦੀ ਵਾਦੀ ਫਿਰ ਵੀ ਨਹੀਂ। ਉਹ ਕੀ ਹੈ? ਉਹ ਸੰਸਕਾਰ ਬਣ ਗਏ ਨੇ।
हैपचल हो गया, वादी पक गई है। इस तरह फिर मन जिहड़ा ना, मैं तुहानूं एक अपने अनुभव चों एक गल सुनाना हुन्ना ताकि तसल्ली होवे। इत्थे मैं जदों नवां नवां आया ना लुधियाणे, तो गुरमत ज्ञान मिशनरी कालेज मैनूं एज ए टीचर उत्थे नियुक्त किया। तो मैं लालच कर लिया भी कॉलेज तो 9 वजे जाना हुंदा है, तो मैं सवेरे शाम इत्थे हरनाम नगर कथा कर लाँगा। 2 साल उत्थे कथा की, 3 साल में भी की। उदों बाद बिध बनी गुरुद्वारा दूख निवारण साहब की। तो सोचां अंदर चल रही ने, मेरा शब्द है वे इनू इदां एक्सप्लेन करना है, यह प्रमाण लाने ने। तो ड्यूटी तो दूख निवारण लग गई। स्कूटर हुंदा सी चेतक, बड़े उदों पॉपूलर हुंदे हैं। तो 2-3 वारी ऐसा होया भी मैं पहले ही गुरुद्वारे दे उत्थे जाके स्कूटर खिलार के स्टैंड ते ला के, ते जदों फिर एकदम ख्याल आना भी ओहो मैं तो अगे जाना सी। तो हुण वो उत्थे कौन लै जांदा सी? वो 3 साल के कर्म उत्थे लै जांदे सन। 3 साल का जिहड़ा जो हैपचल हो गया सा, वो सुते सिद्ध उत्थे रह जांदा सी। और ये जिहड़ी कहानी मैं दस रहा, तो 3 साल नहीं, पता नहीं 3 लाख साल दी है, 3 करोड़ साल दी है। वो फिर सानू साडा सुभाਅ बन गया, वो साडे तो प्रेर के हुण भी चंगे जां मंदे काम कराउंदा। मन का सुभाव सब को करे, मन दे प्रेरे होई असीं सब कुछ कर रहे हैं, और मन नाल ही घुलना है। असल में साडा युद्ध ही मन है। मम्मा मन स्यों काज है, मन साधे सिद्ध होए, मन ही मन स्यों कहे कबीरा, मन सा मिलिया ना। मन वर्गा सानू कोई टक्करिया भी नहीं गा। आ फलाना बंदा मेरा बड़ा वड्डा दुश्मन है, फलाना मैनू बड़ी बुरी तरह टक्करिया। मर्ज कहते नहीं, जिड्डी बुरी तरह तेनू मन टक्करिया ना, एडी बुरी तरह तेनू कोई भी नहीं टक्करिया। जिहड़ा तेनू सारा कुछ कराई फिरदा, कदी किते भुजाल जांदा है, कदी किते भुजाल जांदा है। खैर, मन का सुभाव सब कोई करे करता होए, जिहड़ा नाम जप जप के करते का रूप हो जाता है। सो अन भै रहे, भै तो अन हो जाता है, भै तो रहत हो जाता है। निरभउ जपै सगल भउ मिटै वाली अवस्था बन जाती है। तो हुण हजूर मेहरामत कर रहे ने, फल कारण फूली बन राए, फल लागा तब फूल बलाए। 2 उदाहरणा ने। दूजी ज्ञानै कारण कर्म अभ्यास, ज्ञान भया तो कर्म इत्थे टपला लगता है वड्डे वड्डे कथावाचकों भी। मैं नहीं कहता भी मैं सरमोर आ सारिया तो, पर तुसी यूट्यूब ते चले जाओ, इधर उधर वेखो, इत्थे टपला खा जाते हैं। तुसी सुर ते जोर दे के बेनती सुनियो। महाराज कहते ने भी असल विच बनस्पति नूं फुੱਲ पैंदे ने भी फल लग जाण। ऐसा नहीं भी फल लग जाण फुੱਲ पै ही नहीं। आ हुण रुੱਤ है, आ हुण लगना निकलनियां ने। क्योंकि साडी ना संगत जी पूजा ते अकाल की दा सानू हुक्म है। अध्यात्मक पक्षों पूजा अकाल की परचा, पर उंज जे दुनियावी पक्ष तो वेखीए ना, ये मैं तां पहला बेनती कर ली भी गलत मैसेज ना जाए। ज्ञानी जी भी कर्मकांडी हो गए ने। परमात्मा तो बाद जे कोई सब तो साडे नेड़े है ना, तो वह सूरज है। सारा निज़ाम सूरज करके है। साडे शरीर का टंपरेचर सूरज करके है। धरती दे विचों जिहड़ी बनस्पति निकलती है सूरज करके है। तुसी अनुमान लाओ 10 दिन सूरज ना दिसे तो जिंदगी नरक बन जाती है। ये सारा जिहड़ा साडा सौर मंडल है, परिवार है, चंद्रमा है, मंगल है, बुध है, साडी ग्लोबल है, ये सब सूरज नाल रिलेटेड है। सूरज करके साडे इत्थे जीवन है। सूरज नहीं तो जीवन नहीं हो सकता। और हुण थोड़ा टंपरेचर वधिया है, नवी बनस्पति जमीन चों निकलेगी, और जिहड़ी निकली हुई है वो नवीं शाखां निकलणगीਆਂ, बहार आवेगी, हरियावल आवेगी, ग्रीनरी होवेगी। इसे करके इहनूं बसंत भी आपां कहने आ। तो ये हुण फुੱਲ आउणे भी शुरू हो जाणगे आहिस्ता आहिस्ता। थोड़ा जिहा समा पा के बूर भी आ जाना, कईयां जिस तरह अंबां नूं बूर पै जाना। इत्थों तक भी धरेकां नूं भी धरकोने लगण वास्ते फुੱਲ निकल आउणे ने। ना निम नूं भी ममोलियां बाद च निकलियां ने, पहलां कोई होर कार्रवाई होनी। फल कारण फूली बंद राए,
ਬਨ ਰਾਏ ਬਨਸਪਤੀ ਨੂੰ ਫੁੱਲ ਲੱਗੇ ਨੇ ਫਲ ਕਾਰਨ, ਬਈ ਫਲ ਲੱਗ ਜਾਣ, ਤੇ ਫਲ ਲਾਗਾ ਤਬ ਫੂਲ ਬੁਲਾਏ। ਜਦੋਂ ਫਲ ਲੱਗਣੇ ਸ਼ੁਰੂ ਹੁੰਦੇ ਨੇ ਫੁੱਲ ਝੜ ਜਾਂਦੇ ਨੇ। ਕਈ ਵਾਰ ਅਸੀਂ ਇਹ ਵੀ ਦੇਖਦੇ ਹਾਂ ਵੀ ਫੁੱਲ ਲੱਗੇ ਨੇ ਕੱਦੂਆਂ ਦੀ ਵੱਲ ਨੂੰ, ਫੁੱਲ ਬੜੇ ਲੱਗੇ ਨੇ ਪਰ ਨਾ ਕੱਦੂ ਨਹੀਂ ਲੱਗੇ। ਉਹ ਜਿਹੜੀ ਜਨਨ ਕਿਰਿਆ ਹੈ ਨਾ, ਬਨਸਪਤੀ ਵਿੱਚ ਵੀ ਮੇਲ ਫੀਮੇਲ ਹੁੰਦੇ ਨੇ ਨਾ, ਕਈ ਤੇ ਇੱਕੋ ਹੀ ਚੀਜ਼ ਇਸ ਤਰ੍ਹਾਂ ਦੀ ਕੁਆਲਿਟੀ ਹੈ ਵੀ ਉਹਦੇ ਵਿੱਚ ਮੇਲ ਫੀਮੇਲ ਦੋਵੇਂ ਹੁੰਦੇ ਨੇ। ਪਰ ਕਈ ਹੁਣ ਤੁਸੀਂ ਵੇਖੋ ਵੀ ਕਈ ਇਸ ਤਰ੍ਹਾਂ ਦੀ ਬਨਸਪਤੀ ਹੈ ਵੀ ਉਹ ਜਦੋਂ ਜਿਹੜੇ ਜਾਣਕਾਰ ਲਾਉਂਦੇ ਨੇ 20 ਬੂਟੇ ਜਿਹੜੇ ਨੇ ਆਮ ਐਪਲ ਦੇ ਨੇ, ਇੱਕ ਜਿਹੜਾ ਹੈ ਉਹ ਗ੍ਰੀਨ ਐਪਲ ਦਾ ਵਿੱਚ ਲਾਇਆ, ਉਹਨੂੰ ਪੁੱਛੇ ਕਿਉਂ, ਕਹਿੰਦੇ ਇਹ ਮੇਲ ਹੈ, ਇਹ ਸਾਰੇ ਫੀਮੇਲ ਨੇ, ਇਹਨੂੰ ਨਾ ਲਾਇਆ ਤੇ ਫਲ ਹੀ ਨਹੀਂ ਲੱਗਣਾ। ਤਾਂ ਉਹ ਇੱਕ ਸੂਖਸ਼ਮ ਕਿਰਿਆ ਵਾਪਰਦੀ ਹੈ। ਕੌਣ ਹਰ ਵੇਲੇ ਉੱਥੇ ਮਾਈਕਰੋਸਕੋਪ ਲੈ ਕੇ ਬੈਠਾ ਰਵੇ। ਕਦੀ ਕਦੀ ਕੱਦੂ ਨੂੰ ਸਾਰੇ ਮੇਲ ਫੁੱਲ ਹੀ ਲੱਗੇ ਹੋਏ ਨੇ। ਹੁਣ ਕੱਦੂ ਕਿੱਥੋਂ ਲੱਗਣਗੇ? ਬਿਮਾਰੀ ਕੋਈ ਨਹੀਂ ਗੀ ਵੀ ਇਹ ਕੋਈ ਬਿਮਾਰੀ ਦੀ ਵਜ੍ਹਾ ਕਰਕੇ ਐਸਾ ਹੋਇਆ। ਖੈਰ ਉਹ ਵੱਖਰਾ ਡਿਫਰੈਂਟ ਸਟੋਰੀ ਹੈ। ਜਦੋਂ ਫਲ ਲੱਗ ਜਾਂਦੇ ਨੇ ਫੁੱਲ ਡਿੱਗ ਪੈਂਦੇ ਨੇ। ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤੋ ਕਰਮੈ ਨਾਸ। ਹੁਣ ਇਹ ਕਰਮ ਅਭਿਆਸ ਕੀ ਇੱਥੇ ਭੁਲੇਖਾ ਪੈਂਦਾ ਬਈ ਜਿਹੜਾ ਅਸੀਂ ਨਿਤਨੇਮ ਕਰਨੇ ਆ, ਪੂਜਾ ਕਰਨੇ ਆ, ਨਮਾਜ਼ ਪੜ੍ਹਨੇ ਆ, ਉਹ ਇਹਨੂੰ ਕਰਮ ਸਮਝ ਲੈਂਦੇ ਨੇ। ਇੱਥੇ ਕਰਮ ਕਿਹਨੂੰ ਕਹਿੰਦੇ ਨੇ ਮਹਾਰਾਜ? ਕਿਰਤ ਨੂੰ। ਅਸੀਂ ਕਿਰਤ ਕਿਉਂ ਕਰਨੇ ਆ? ਕੁੱਲੀ ਗੁੱਲੀ ਤੇ ਜੁੱਲੀ ਦਾ ਪ੍ਰਬੰਧ ਹੋ ਜਾਏ। ਕਾਹਦੇ ਲਈ ਕਰਨਾ ਹੈ? ਤਾਂ ਕਿ ਅਸੀਂ ਬਾਣੀ ਪੜ੍ਹ ਸਕੀਏ, ਨਾਮ ਜਪ ਸਕੀਏ। ਤੇ ਜਦੋਂ ਬਾਤ ਬਣ ਜਾਂਦੀ ਹੈ ਨਾ, ਉਦੋਂ ਕਈ ਵਾਰ ਵੇਖਿਆ ਵੀ ਮਨੁੱਖ ਕੁੱਲੀ ਗੁੱਲੀ ਤੇ ਜੁੱਲੀ ਦੀ ਪਰਵਾਹ ਵੀ ਕੋਈ ਨਹੀਂ ਜੇ ਕਰਦਾ। ਕਈ ਵਾਰ ਅਵਸਥਾ ਇਸ ਤਰ੍ਹਾਂ ਦੀ ਬਣ ਜਾਂਦੀ ਹੈ। ਪ੍ਰਿੰਸੀਪਲ ਗੰਗਾ ਸਿੰਘ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪਹਿਲੇ ਪ੍ਰਿੰਸੀਪਲ, ਉਹਨਾਂ ਬਾਰੇ ਮੈਂ ਬਹੁਤ ਵਾਰੀ ਸੰਗਤ 'ਚ ਜ਼ਿਕਰ ਕੀਤਾ ਔਰ ਪਤਾ ਨਹੀਂ ਕਿੰਨੇ ਲੋਕਾਂ ਨੂੰ ਗੁਰੂ ਕੇ ਜਹਾਜ਼ੇ ਚੜਾਇਆ। ਸੰਗਤ ਜੀ ਲਾਸਟ ਅਵਸਥਾ ਪਤਾ ਕੀ ਹੈ? ਇੱਕ ਗੇਰਵੇ ਰੰਗ ਦੀ ਲੁੰਗੀ ਤੇੜ ਬੱਧੀ ਹੁੰਦੀ ਸੀ, ਇੱਕ ਚਾਦਰ ਦੀ ਬੁੱਕਲ ਮਾਰੀ ਹੁੰਦੀ ਤੇ ਕੇਸ ਪਿਛਾਂ ਨੂੰ ਸੁੱਟੇ ਹੁੰਦੇ ਸਨ। ਪ੍ਰਿੰਸੀਪਲ ਸਾਹਿਬ, ਤੁਸੀਂ ਤੇ ਲੋਕਾਂ ਨੂੰ ਕਕਾਰਾਂ ਦਾ ਪ੍ਰਚਾਰ ਕੀਤਾ, ਅੰਮ੍ਰਿਤ ਛਕਣ ਦਾ ਪ੍ਰਚਾਰ ਕੀਤਾ, ਕਿੱਥੋਂ ਤੱਕ ਤੁਸੀਂ ਲੈ ਕੇ ਗਏ? ਇਹ ਕੀ? ਤੇ ਜਿਹੜੇ ਜਾਣਕਾਰ ਸਨ ਉਹਨਾਂ ਆਖਣਾ ਵੀ ਨਹੀਂ, ਇਹ ਹੁਣ ਤੁਹਾਡੀ ਸਮਝ ਤੋਂ ਗੱਲ ਬਾਹਰ ਹੈ। ਹੁਣ ਲੌਜਿਕ ਜਿੱਥੇ ਤਰਕ ਆ ਜਾਏਗਾ ਉੱਥੇ ਤੇ ਗੱਲ ਨਹੀਂ ਬਣੇਗੀ। ਪਰ ਹੁਣ ਕਰਮ ਅਭਿਆਸ ਖਤਮ ਹੋ ਗਿਆ। ਕਿਰਤ ਬੰਦਾ ਇੱਥੇ ਕਰਮ ਅਭਿਆਸ ਮੈਨੇ ਕਿਰਤ, ਦਸਾਂ ਨੌਵਾਂ ਦੀ ਕਿਰਤ, ਜੋਬ ਕਰਨੀ, ਖੇਤੀ ਕਰਨੀ ਜਾਂ ਕੋਈ ਵੀ ਕਾਰ ਕਰਨਾ, ਪੈਸਾ ਕਮਾ ਲੈ। ਗਿਆਨ ਹਾਸਲ ਹੋ ਜਾਏ, ਪ੍ਰਭੂ ਦੀ ਪ੍ਰਾਪਤੀ ਹੋ ਜਾਏ, ਇਹਦੇ ਵਾਸਤੇ ਮਨੁੱਖ ਕਾਰ ਵਿਹਾਰ ਕਰਦਾ ਹੈ। ਪਰ ਕਦੀ ਕਦੀ ਜੀਂਦੇ ਜੀ ਜਦੋਂ ਗੱਲ ਬਣ ਜਾਂਦੀ ਏ ਉਦੋਂ ਇਹ ਕਾਰ ਵਿਹਾਰ ਵੀ ਥੱਲੇ ਰਹਿ ਜਾਂਦੇ ਨੇ। ਫਿਰ ਉੱਥੇ ਇਹ ਇਜਾਜ਼ਤ ਦਿੱਤੀ ਹੈ ਵੀ ਜੋ ਗ੍ਰਹਿ ਕਰੇ ਤੋ ਧਰਮ ਕਰ, ਨਾ ਹੀ ਤ ਕਰ ਬੈਰਾਗ, ਬੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਪੱਗ। ਗ੍ਰਸਤੀ ਹੈ ਤੇ ਤੇਰੇ ਘਰੋਂ ਕੋਈ ਖਾਲੀ ਨਹੀਂ ਮੁੜਨਾ ਚਾਹੀਦਾ। ਔਰ ਜੇ ਤੂੰ ਵੈਰਾਗੀ ਹੈ ਤੇ ਤੇਰੇ ਖੀਸੇ ਚੋਂ ਕੌਡੀ ਨਹੀਂ ਨਿਕਲਣੀ ਚਾਹੀਦੀ। ਜੇ ਨਿਕਲ ਆਈ ਤੇ ਫਿਰ ਤੂੰ ਵੈਰਾਗੀ ਕੋ ਨਹੀਂਗਾ, ਤੂੰ ਕੌਡੀਆਂ ਦਾ ਕੀ ਕਰਨਾ? ਖੈਰ, ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਹਿ ਕਰਮੈ ਨਾਸ। ਕ੍ਰਿਤ ਕਾਰਨ ਦਦ ਮੱਥੈ ਸਿਆਣ, ਸਿਆਣੀ ਸੁਆਣੀ, ਸੁਆਣੀ ਇਸਤਰੀ ਘਰ ਸੰਭਾਲਣ ਵਾਲੀ, ਹਾਊਸ ਵਾਈਫ, ਉਹ ਦਹੀਂ ਨੂੰ ਮੱਥਦੀ ਏ, ਰਿੜਕਦੀ ਏ। ਕਾਹਦੇ ਲਈ? ਇਹਦੇ ਚੋਂ ਮੱਖਣ ਪ੍ਰਾਪਤ ਹੋਵੇ, ਮੱਖਣ ਦਾ ਘਿਓ ਬਣਾ ਸਕੀ। ਵੈਸੇ ਕ੍ਰਿਤ ਦੇ ਅੱਖਰੀ ਅਰਥ ਘਿਓ ਨੇ। ਦਹੀਂ ਨੂੰ ਮੱਥਣ ਦਾ, ਰਿੜਕਣ ਦਾ ਪ੍ਰਯੋਜਨ ਹੈ ਘਿਓ ਪ੍ਰਾਪਤ ਹੋ ਜਾਏ। ਔਰ ਜੀਵਤ ਮੁਕਤ ਸਦਾ ਨਿਰਵਾਣ। ਘਿਓ ਪ੍ਰਾਪਤ ਕਰਨ ਲਈ ਇਸਤਰੀ ਦਹੀਂ ਨੂੰ ਮੱਥਦੀ ਏ। ਔਰ ਜਿਹੜਾ ਮਨੁੱਖ ਨਾਮ ਜਪ ਕੇ ਪ੍ਰਭੂ ਚਰਨਾਂ ਵਿੱਚ ਪਰਚਦਾ ਹੈ ਉਹ ਜਾਣਦਾ ਹੈ ਕਿ ਦੁਨੀਆ ਦੀ ਜੀਵਨ ਨਿਰਬਾਹ, ਦੁਨੀਆ ਦੀ ਕਿਰਤ ਕਾਰ ਜਿਹੜੀ ਹੈ ਗਿਆਨੈ ਕਾਰਨ ਕਰਮ ਅਭਿਆਸ, ਉਹ ਪ੍ਰਭੂ ਚਰਨਾਂ ਵਿੱਚ ਜੁੜਨ ਵਾਸਤੇ ਹੀ ਹੈ। ਮੈਂ ਬੇਨਤੀ ਕਰਨਾ ਹੁੰਦਾ, ਸਮਾਂ ਹੋ ਗਿਆ ਬਈ ਕਲੌਕ ਟੰਗਿਆ ਹੋਇਆ ਥੱਲੇ ਪੈਂਡੂਲਮ ਸੱਜੇ ਖੱਬੇ ਸੱਜੇ ਖੱਬੇ। ਇੱਕ ਦਿਨ ਸਾਫ਼ ਕੀਤਾ, ਪਿੱਛੋਂ ਪੇਚਕਸ ਨਾਲ ਖੋਲ੍ਹਿਆ, ਕੋਈ ਬੱਚਾ ਸੀ
ਉਹਨੇ ਆਪਣਾ ਦਿਮਾਗ ਲੜਾਇਆ ਵੀ ਮਹੀਨ ਜੈ ਪੁਰਜੇ, ਬਰੀਕ ਜੈ ਪੁਰਜੇ, ਸੋਲ ਜੈ। ਆ ਖਾਮਖਾ ਕਿਸੇ ਨੇ ਐਡਾ ਵਜਨੀ ਪੈਂਡੂਲਮ ਲਮਕਾਇਆ ਹੋਇਆ, ਉਹ ਹੈਂਗਰ ਟਾਈਪ ਹੁੰਦਾ, ਉਹਨੇ ਇਉਂ ਕਰਕੇ ਉਤਾਰ ਕੇ ਰੱਖ ਦਿੱਤਾ, ਪਿੱਛੇ ਉਹ ਸਾਰਾ ਕੱਸ ਕੇ ਫਿਰ ਟੰਗ ਦਿੱਤਾ। ਹੁਣ ਉਹ ਟਾਈਮ ਦੇਣੋਂ ਰਹਿ ਗਿਆ। ਅਸਲ ਵਿੱਚ ਉਹ ਪੈਂਡੂਲਮ ਲਟਕਾਇਆ ਹੀ ਇਸ ਕਰਕੇ ਹੈ ਵੀ ਕਲੌਕ ਨੂੰ ਬੈਲੈਂਸ ਕਰਨਾ ਹੈ, ਨਾ ਅੱਗੇ ਜਾਏ ਨਾ ਪਿੱਛੇ ਰਵੇ। ਇਹ ਜਿਹੜਾ ਸਾਰਾ ਕਾਰ ਵਿਹਾਰ ਹੈ, ਗ੍ਰਿਸ਼ਤ ਹੈ, ਇਹ ਜਿਹੜਾ ਲਟਕਾਇਆ ਹੋਇਆ ਨਾ ਪੈਂਡੂਲਮ ਵਜਨ, ਇਹ ਸਾਡੇ ਦਿਮਾਗ ਨੂੰ ਠੀਕ ਕਰਨ ਵਾਸਤੇ, ਬੈਲੈਂਸ ਕਰਨ ਵਾਸਤੇ ਹੈ। ਅਦਰਵਾਈਜ਼ ਪਰਮਾਤਮਾ ਇਸ ਤਰ੍ਹਾਂ ਦਾ ਸਿਸਟਮ ਬਣਾ ਸਕਦਾ ਸੀ, ਉਹ ਸਮਰੱਥ ਹੈ ਵੀ ਸਾਨੂੰ ਕੋਈ ਫਿਕਰ ਕਰਨਾ ਹੀ ਨਾ ਪੈਂਦਾ, ਕੋਈ ਜ਼ਿੰਮੇਵਾਰੀ ਚੁੱਕਣੀ ਹੀ ਨਾ ਪੈਂਦੀ। ਅਸੀਂ ਕਹਿੰਦੇ ਹਾਂ ਵੀ ਸਾਰੀਆਂ ਜ਼ਿੰਮੇਵਾਰੀਆਂ ਤੋਂ ਵਿਹਲੇ ਹੋ ਕੇ ਬਾਣੀ ਪੜਾਂਗੇ, ਨਾਮ ਜਪਾਂਗੇ, ਇੱਥੇ ਮਿਸਟੇਕ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਇਹ ਜ਼ਿੰਮੇਵਾਰੀਆਂ ਪਾਈਆਂ ਤਾਂ ਨੇ ਵੀ ਤੇਰੀ ਬਾਤ ਬਣ ਸਕੇ, ਨਾਲ ਨਾਲ ਸਾਰਾ ਕੁਛ ਕਰ। ਪੈਂਡੂਲਮ ਲਾ ਕੇ ਰੱਖ ਦਿੱਤਾ, ਜਾਂ ਤੇਰਾ ਕਲੌਕ ਅੱਗੇ ਹੋ ਜਾਏਗਾ ਜਾਂ ਤੇਰਾ ਕਲੌਕ ਪਿੱਛੇ ਰਹਿ ਜਾਏਗਾ। ਤੋ ਇਹ ਜਿਹੜੀ ਕਿਰਤਕਾਰ ਹੈ ਨਾ, ਇਹ ਨਾਮ ਵਿੱਚ ਪਰਚਣ ਵਾਸਤੇ ਹੈ। ਤੋ ਫਿਰ ਇਸ ਪ੍ਰਕਾਰ ਕਿਰਤਕਾਰ ਕਰਦਾ ਹੋਇਆ ਹੀ ਮੁਕਤ ਹੁੰਦਾ ਹੈ ਤੇ ਸਦਾ ਵਾਸ਼ਨਾ ਰਹਿਤ ਰਹਿੰਦਾ ਹੈ, ਨਿਰਵਾਣ। ਅਖੀਰ ਵਿੱਚ ਕਹਿੰਦੇ ਨੇ, ਕਹੋ ਰਵਿਦਾਸ ਪਰਮ ਬੈਰਾਗ, ਹਿਰਦੈ ਰਾਮ ਕੀ ਨਾ ਜਪਸ ਅਪਾਗ। ਸਭ ਤੋਂ ਉੱਚੇ ਵਿਰਾਗ ਦੀ ਪ੍ਰਾਪਤੀ ਦੀ ਗੱਲ ਦੱਸਦਾ ਹਾਂ। ਭਗਤ ਸਾਹਿਬ ਕਹਿੰਦੇ ਨੇ ਵੀ ਉਹ ਇਹ ਆ ਵੀ ਭਾਗਹੀਨ ਪਰਮਾਤਮਾ ਤੇਰੇ ਅੰਦਰ ਹੈ, ਤੂੰ ਉਹਦਾ ਨਾਮ ਕਿਉਂ ਨਹੀਂ ਜਪਦਾ। ਉਹ ਕਹਿੰਦੇ ਏਦੂ ਵਧੀਆ ਉਪਦੇਸ਼, ਏਦੂ ਤੱਤ ਦੀ ਹੋਰ ਕੋਈ ਗੱਲ ਨਹੀਂ। ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਅੱਜ ਬਾਬਾ ਜੀ ਦਾ ਆਗਮਨ ਪੁਰਬ ਵੀ ਹੈ, ਔਰ ਸਾਰੀ ਹੀ ਸਿੱਖ ਕਮਿਊਨਿਟੀ ਸਾਰੇ ਭਾਰਤ ਵਰਸ਼ ਵਿੱਚ, ਭਾਰਤ ਵਰਸ਼ ਤੋਂ ਬਾਹਰ ਵੀ ਅੱਜ ਭਗਤ ਰਵਿਦਾਸ ਮਹਾਰਾਜ ਜੀ ਦਾ ਆਗਮਨ ਦਿਵਸ ਬੜੀ ਸ਼ਰਧਾ ਉਤਸ਼ਾਹ ਹੁੰਮ ਹੁਮਾ ਕੇ ਸੰਗਤਾਂ ਗੁਰਦੁਆਰਿਆਂ ਵਿੱਚ ਪਹੁੰਚ